परम्परावर नाथ। युगल चरण मम वंदना, तर पर तर कर मात। जिसमें अमृत ज्ञान है, मानक भगत वैराग। गुरु ग्रंथ साहिब उदद, बंदों कर अनुराग। श्री गुरु शब्द कमाए जिन, श्री गुर शब्द कमाए जिन। जीते पंच विकार, तिन संतन को बंदना, तिन संतन को बंदना। सिर चरणन पर तार, मूक उचरै शास्त्र खट। पिंग गिरन चढ़ जाए, आंद लखै बदरो सुनै। जो काल कृपा कराए, कहाँ बुद्ध प्रभ तुच्छ हमारी। बरन सकै महिमा जो तिहारी। हम न सकत कर सिफत तुम्हारी, आप लिहो तुम कथा सुधारी। हम न सकत कर सिफत तुम्हारी, आप लिहो तुम कथा सुधारी। सतनाम श्री वाहिगुरु साहिब जीओ। सुन सतगुर के बचन, बाबर इਉਂ पाखियो। दे कै लैने थूक, वडन ही आखियो। वाहिगुरु जी का खालसा, वाहिगुरु जी की फतेह। गरीब नवाज अंतरजामी सच्चे पातशाह जी दी साजी नवाजी साध संगत जी, आप जी अत्यंत बड़भागे हो। सतगुरु गुरु ग्रंथ साहिब जी ਦੀ ਪਵਿੱਤਰ ਪਾਵਨ ਚਰਨ ਸ਼ਰਨ ਵਿੱਚ ਬੈਠੇ ਹੋ। ਸੰਧਿਆ ਦੇ ਦੀਵਾਨ ਸਜੇ ਹਨ, ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਹਰ ਰੋਜ਼ ਸ਼ਾਮ ਦੇ ਦੀਵਾਨ ਵਿੱਚ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ, ਜੋ ਸ਼ਹੀਦ ਭਾਈ ਮਹਿਤਾਬ ਸਿੰਘ ਜੀ ਦੇ ਪੋਤਰੇ ਭਾਈ ਰਤਨ ਸਿੰਘ ਜੀ ਭੰਗੂ ਨੇ ਲਿਖਿਆ। ਅੰਗਰੇਜ਼ਾਂ ਨੇ ਪੁੱਛਿਆ ਸੀ ਖਾਲਸੇ ਨੂੰ ਰਾਜ ਕਿਵੇਂ ਮਿਲਿਆ ਹੈ, ਤਾਂ ਉਹਨਾਂ ਨੇ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੰਥ ਦੀ ਵਾਰਤਾ ਸੁਣਾਈ। ਔਰ ਜੋ ਮੁਗਲ ਬਾਦਸ਼ਾਹ ਗੌਰ ਅਲੀ ਸ਼ਾਹ ਆਲਮ ਦੂਜਾ, ਜੋ ਬਹਾਦਰ ਸ਼ਾਹ ਜ਼ਫਰ ਦਾ ਪਿਤਾ ਸੀ, ਉਸਨੇ ਬਿਆਨ ਦਿੱਤਾ ਸੀ ਕਿ ਅਸੀਂ ਮੁਗਲਾਂ ਨੇ ਸਿੱਖਾਂ ਨੂੰ ਰਾਜ ਦਿੱਤਾ ਹੈ, ਇਹ ਖਾਨਦਾਨੀ ਰਾਜੇ ਨਹੀਂ ਹਨ, ਜਰੈਮ ਪੇਸ਼ਾ ਕੌਮ ਹੈ। ਪਰ ਭਾਈ ਰਤਨ ਸਿੰਘ ਜੀ ਨੇ ਅੰਗਰੇਜ਼ਾਂ ਨੂੰ ਦੱਸਿਆ ਵੀ ਇਹ ਮੁਗਲਾਂ ਨੂੰ ਰਾਜ ਸ੍ਰੀ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ। ਮੁਗਲਾਂ ਨੇ ਸਾਨੂੰ ਕੀ ਰਾਜ ਦੇਣਾ ਸੀ, ਬਲਕਿ ਅਸੀਂ ਇਹਨਾਂ ਨੂੰ ਰਾਜ ਦਿੱਤਾ। ਇਹ ਗੱਲ ਸਿੱਧ ਕਰ ਰਹੇ ਨੇ ਭਾਈ ਰਤਨ ਸਿੰਘ ਜੀ ਪੰਥ ਪ੍ਰਕਾਸ਼ ਦੇ ਰਾਹੀਂ। ਔਰ ਐਮਨਾਬਾਦ ਦੀ ਧਰਤੀ ਤੇ ਜਦੋਂ ਬਾਬਰ ਨੇ ਗੁਰੂ ਨਾਨਕ ਸਾਹਿਬ ਤੋਂ ਬਖਸ਼ਿਸ਼ ਲਈ ਸੀ, ਉਹਦਾ ਹਵਾਲਾ ਦੇ ਰਹੇ ਭਾਈ ਤਾਰੂ ਸਿੰਘ ਦੀ ਜ਼ੁਬਾਨੀ ਇਹ ਕਥਾ ਹੋ ਰਹੀ ਹੈ। ਕਿਉਂਕਿ ਪਰੰਪਰਾ ਨਾਲ ਇਹ ਕਥਾ ਚੱਲਦੀ ਆਈ, ਗਾਂਹ ਦੀ ਗਾਂਹ ਸਿੰਘ ਦੱਸਦੇ ਆਏ, ਪੀੜ੍ਹੀ ਦਰ ਪੀੜ੍ਹੀ। ਅੱਜ ਵੀ ਜੇ ਆਪਾਂ ਸੁਣਾਂਗੇ ਤੇ ਆਪਣੇ ਬੱਚਿਆਂ ਨੂੰ ਦੱਸਾਂਗੇ ਤਾਂ ਹੀ ਅੱਗੇ ਸਿੱਖੀ ਜਿੰਦਾ ਰਹੇਗੀ। ਇਤਿਹਾਸ ਇੱਦਾਂ ਹੀ ਚੱਲਦਾ ਹੈ। ਸੋ ਇਹ ਭਾਈ ਰਤਨ ਸਿੰਘ ਜੀ ਦਾ ਪਰਉਪਕਾਰ ਬਹੁਤ ਵੱਡਾ ਖਾਲਸੇ ਪੰਥ ਉੱਤੇ ਹੈ। ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਕਿਹਾ ਸੀ ਕਿ ਮੇਰਾ ਜੀ ਕਰਦਾ ਜੇ ਭਾਈ ਰਤਨ ਸਿੰਘ ਜੀ ਮੈਨੂੰ ਮਿਲਣ ਤਾਂ ਮੈਂ ਹੱਥ ਚੁੰਮ ਲਵਾਂ, ਜਿਨ੍ਹਾਂ ਨਾਲ ਇਹ ਪੰਥ ਪ੍ਰਕਾਸ਼ ਲਿਖਿਆ ਗਿਆ। ਸੋ ਬਾਬਰ ਦੀ ਤੇ ਗੁਰੂ ਨਾਨਕ ਸਾਹਿਬ ਦੀ ਗੱਲਬਾਤ ਦੱਸ ਰਹੇ ਨੇ ਭਾਈ ਰਤਨ ਸਿੰਘ ਜੀ, ਲਿਖ ਰਹੇ ਨੇ, ਭਾਈ ਤਾਰੂ ਸਿੰਘ ਜੀ ਸੁਣਾ ਰਹੇ ਨੇ ਕਥਾ। ਕਹਿੰਦੇ ਬਾਬਰ ਨੇ ਮਹਾਰਾਜ ਕੋਲੋਂ 7 ਪੁਸਤਾਂ ਦਾ ਰਾਜ ਲੈ ਲਿਆ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਿੰਨਾ ਚਿਰ ਸਤਿਕਾਰ ਗੁਰੂ ਘਰ ਦਾ ਰੱਖੋਗੇ ਉਹਨਾਂ ਚਿਰ ਤੁਹਾਡੇ ਕੋਲ ਰਹੇਗਾ, ਬਾਅਦ 'ਚ ਵਾਪਸ ਲੈ ਲਵਾਂਗੇ।
ਬਾਬਰ ਕਹਿੰਦਾ ਜੀ ਜਿਹੜਾ ਵਾਪਸ ਦੇ ਕੇ ਵਾਪਸ ਲਈ ਦੀ ਆ ਚੀਜ਼, ਉਹ ਤਾਂ ਚੰਗੀ ਗੱਲ ਨਹੀਂ ਹੁੰਦੀ। ਤਾਂ ਮਹਾਰਾਜ ਕਹਿੰਦੇ ਜੇ ਕੋਈ ਲੈ ਕੇ ਉਸ ਚੀਜ਼ ਦੀ ਕਦਰ ਕਰੇ ਤਾਂ ਨਹੀਂ ਵਾਪਸ ਲਈ ਦੀ। ਜੇ ਕੋਈ ਚੀਜ਼ ਲੈ ਕੇ ਉਹਦਾ ਬੇਕਦਰੀ ਕਰ ਦਵੇ, ਅਹਿਸਾਨ ਫਰਾਮੋਸ਼ ਹੋ ਜਾਵੇ, ਅਕਿਰਤ ਘਣ ਹੋ ਜਾਵੇ, ਫਿਰ ਉਹਦੇ ਕੋਲੋਂ ਉਸ ਚੀਜ਼ ਨੂੰ ਵਾਪਸ ਲੈ ਲੈਣਾ ਕੋਈ ਗੁਨਾਹ ਨਹੀਂ ਹੁੰਦਾ। ਇਹ ਹੁਣ ਵਾਰਤਾਲਾਪ ਬਾਬਰ ਦੀ ਤੇ ਗੁਰੂ ਨਾਨਕ ਸਾਹਿਬ ਜੀ ਦੀ ਭਾਈ ਰਤਨ ਸਿੰਘ ਜੀ ਲਿਖਦੇ, ਸੁਣੋ ਪਿਆਰ ਨਾਲ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਬ ਸਤਿਗੁਰ ਬਾਬਰ ਕਹਿਓ ਤੁਮ ਹਮ ਉਪਕਾਰ ਵਿਸਾਰ। ਮਹਾਰਾਜ ਕਹਿਣ ਲੱਗੇ ਦੇਖ ਬਾਬਰ, ਟਾਈਮ ਆਏਗਾ ਤੁਸੀਂ ਲੋਕ ਭੁੱਲ ਜਾਓਗੇ। ਰਾਜ ਦਾ ਨਸ਼ਾ ਐਸੀ ਚੀਜ਼ ਹੈ ਜਿਹਦੇ ਕੋਲ ਵੀ ਰਾਜ ਆਉਂਦਾ ਹੈ ਉਹ ਦੂਜੇ ਦੇ ਉਪਕਾਰ ਭੁੱਲ ਜਾਂਦਾ ਹੈ। ਸੰਸਾਰ ਦੀ ਰੀਤੀ ਹੈ, ਦੁਨੀਆ ਵਿੱਚ ਕੋਈ ਕਿਸੇ ਦੇ ਗੁਣਾਂ ਨੂੰ ਯਾਦ ਨਹੀਂ ਰੱਖਦਾ। ਕੋਈ ਮਹਾਂਪੁਰਸ਼ ਹੋਵੇ ਤਾਂ ਭਾਵੇਂ ਕਿਸੇ ਦਾ ਅਹਿਸਾਨ ਯਾਦ ਰੱਖ ਲਵੇ, ਦੁਨਿਆਵੀ ਬੰਦਾ ਨਹੀਂ ਰੱਖਦਾ। ਛੋਟੇ ਤੋਂ ਛੋਟਾ ਉਪਕਾਰ ਤੇ ਵੱਡੇ ਤੋਂ ਵੱਡਾ ਉਪਕਾਰ ਲੋਕ ਭੁੱਲ ਜਾਂਦੇ ਆ। ਜੇ ਤੁਸੀਂ ਲੋਕ ਮੁਗਲ ਬਾਦਸ਼ਾਹ ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਸਾਡਾ ਕੀਤਾ ਉਪਕਾਰ ਭੁੱਲ ਜਾਓਗੇ। ਕਾਟੋਗੇ ਹਮ ਹੰਸ ਸਿਰ ਤੋ ਫਿਰ ਲੇਹੁ ਉਦਾਰ। ਤੇ ਅਸੀਂ ਫਿਰ ਤੁਹਾਨੂੰ ਦਿੱਤਾ ਹੋਇਆ ਰਾਜ ਹੰਸ ਤੁਹਾਡੇ ਅੰਸ਼ ਕੋਲੋਂ ਵਾਪਸ ਲੈ ਲਵਾਂਗੇ, ਕਿਉਂਕਿ ਤੁਸੀਂ ਸਾਡੀ ਅੰਸ਼ ਦੇ ਸਿਰ ਕੱਟੋਗੇ। ਜਿਨ੍ਹਾਂ ਤੋਂ ਰਾਜ ਲਿਆ ਹੈ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਨੀਹਾਂ 'ਚ ਚਿਣੋਗੇ, ਤਤੀਆਂ ਤਵੀਆਂ ਤੇ ਬਹਾਓਗੇ, ਉਹਨਾਂ ਦੇ ਸੀਸ ਲਾਓਗੇ। ਫਿਰ ਤੁਸੀਂ ਦੱਸੋ ਕਿਵੇਂ ਉਸ ਰਾਜ ਦੇ ਅਧਿਕਾਰੀ ਹੋਵੋਗੇ? ਨਹੀਂ, ਫਿਰ ਅਸੀਂ ਰਾਜ ਵਾਪਸ ਲਵਾਂਗੇ ਜਦੋਂ ਤੁਸੀਂ ਇਹੋ ਜਿਹੀਆਂ ਕਰਤੂਤਾਂ ਕਰੋਗੇ। ਤਬ ਬਾਬਰ ਸੁਣ ਕੇ ਹੱਥ ਜੋੜੇ। ਇਹ ਸੁਣ ਕੇ ਬਾਬਰ ਨੇ ਹੱਥ ਜੋੜ ਲਏ। ਹਮਰੀ ਕੁਲ ਕਿਮ ਤੁਮ ਸਿਰ ਤੋੜੇ। ਕਹਿਣ ਲੱਗਾ ਐਸਾ ਕਿਵੇਂ ਹੋ ਸਕਦਾ ਹੈ? ਬਾਬਰ ਕਹਿੰਦਾ ਮਹਾਰਾਜ ਏਦਾਂ ਨਹੀਂ ਹੋ ਸਕਦਾ। ਅਸੀਂ ਤੁਹਾਡਾ ਅਹਿਸਾਨ ਨਹੀਂ ਭੁੱਲਾਂਗੇ, ਤੁਹਾਡੀ ਬਖਸ਼ਿਸ਼ ਨੂੰ ਅਸੀਂ ਨਹੀਂ ਵਿਸਾਰਾਂਗੇ। ਸਾਡੀ ਕੁਲ ਤੁਹਾਡੀ ਕੁਲ ਨੂੰ ਕਿਵੇਂ ਸਜ਼ਾ ਦੇਵੇਗੀ? ਬਾਬਰ ਨੂੰ ਕੀ ਪਤਾ ਸੀ ਕਿ ਆਉਣ ਵਾਲੇ ਸਮੇਂ ਕੀ ਭਾਣਾ ਵਰਤਣਾ ਹੈ। ਆਉਣ ਵਾਲੇ ਸਮੇਂ ਨੂੰ ਤਾਂ ਮਹਾਂਪੁਰਸ਼ ਜਾਣਦੇ, ਦੂਸਰਾ ਨਹੀਂ ਜਾਣਦਾ। ਮਹਾਰਾਜ ਦੱਸ ਰਹੇ ਸਨ, ਕਹਿੰਦੇ ਸਮਾਂ ਆਵੇਗਾ ਜਦੋਂ ਤੇਰੇ ਬੱਚੇ ਸਾਡੇ ਬੱਚਿਆਂ ਨੂੰ ਦੁੱਖ ਦੇਣਗੇ, ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਤੀਆਂ ਤਵੀਆਂ ਤੇ ਬਹਾਇਆ ਜਾਏਗਾ, ਸਾਡੇ ਸੀਸ ਲਾਏ ਜਾਣਗੇ, ਸਾਨੂੰ ਆਰਿਆਂ ਨਾਲ ਚੀਰਿਆ ਜਾਏਗਾ, ਸਾਡੇ ਪਰਿਵਾਰਾਂ ਨੂੰ ਨੀਹਾਂ 'ਚ ਚਿਣਿਆ ਜਾਏਗਾ। ਉਸ ਵੇਲੇ ਅਸੀਂ ਫਿਰ ਰਾਜ ਵਾਪਸ ਲੈ ਲਵਾਂਗੇ। ਹਾਂਜੀ, ਹਮ ਤੁਝ ਰਖੈ ਮੁਰੀਦੀ ਦਾਵੇ। ਬਾਬਰ ਕਹਿੰਦਾ ਨਹੀਂ ਮਹਾਰਾਜ, ਅਸੀਂ ਤੇ ਤੁਹਾਡੇ ਤੇ ਮੁਰੀਦੀ ਦਾਵਾ ਰੱਖਾਂਗੇ, ਅਸੀਂ ਤਾਂ ਤੁਹਾਨੂੰ ਆਪਣਾ ਗੁਰੂ ਪੀਰ ਮੰਨਾਂਗੇ। ਹਮ ਕੁਲ ਕਿਮ ਤੁਮ ਹੱਥ ਚਲਾਵੇ। ਸਾਡੀ ਕੁਲ ਤੁਹਾਡੇ ਤੇ ਕਿਵੇਂ ਹੱਥ ਚੁੱਕੇਗੀ? ਭਾਵ ਨਹੀਂ ਚੁੱਕੇਗੀ। ਹਿੰਦ ਵਸ ਪਈ ਹਿੰਦੂ ਪੀਰਾ। ਕਿਉਂਕਿ ਸਾਨੂੰ ਸਾਡੇ ਪੈਗੰਬਰ ਨੇ ਵੀ ਦੱਸ ਦਿੱਤਾ ਹੈ, ਮੇਰੀਆਂ ਅੱਖਾਂ ਖੁੱਲ ਗਈਆਂ ਹਨ, ਮੈਂ ਦੇਖ ਕੇ ਆਇਆ ਹਾਂ ਕਿ ਸਾਡੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਹੈ ਵੀ ਨਾਨਕ ਦਾ ਰਾਜ ਹੈ ਹਿੰਦੁਸਤਾਨ ਵਿੱਚ। ਹਿੰਦੁਸਤਾਨ ਦੀ ਧਰਤੀ ਦਾ ਮਾਲਕ ਨਾਨਕ ਹੈ, ਤੇ ਜੇ ਨਾਨਕ ਦੇ ਖਿਲਾਫ ਅਸੀਂ ਜਾਵਾਂਗੇ ਤੇ ਉਹ ਆਪਣਾ ਰਾਜ ਖੋਹ ਲੇਗਾ। ਇਸ ਕਰਕੇ ਅਸੀਂ ਸਾਡੇ ਆਉਣ ਵਾਲੇ ਬੱਚੇ ਸਾਰੇ ਤੁਹਾਨੂੰ ਮੰਨਾਂਗੇ। ਤੂੰ ਪੀਰਨ ਕੇ ਸਿਰ ਹੋ ਪੀਰਾ। ਸਾਡੇ ਤਾਂ ਪੈਗੰਬਰ ਨੇ ਵੀ ਕਿਹਾ ਹੈ ਕਿ ਗੁਰੂ ਨਾਨਕ ਇਸ ਧਰਤੀ ਦਾ ਮਾਲਕ ਹੈ, ਇਸ ਕਰਕੇ ਮਹਾਰਾਜ ਅਸੀਂ ਪੀਰਾਂ ਦਾ ਪੀਰ ਮੰਨ ਕੇ ਤੁਹਾਡੀ ਤਾਬੇ 'ਚ ਰਹਾਂਗੇ। ਤੁਮ ਤੋ ਬਖਸ਼ੀ ਹਮੈ ਜੰਗੀਰ। ਤੁਸੀਂ ਤਾਂ ਸਾਨੂੰ ਜਗੀਰਾਂ ਦਿੱਤੀਆਂ ਹਨ, ਰਾਜ ਦਿੱਤੇ ਹਨ, ਅਸੀਂ ਤੁਹਾਡਾ ਦਿੱਤਾ ਰਾਜ ਲੈ ਕੇ ਤੁਹਾਡੇ ਬੱਚਿਆਂ ਨੂੰ ਕਿਵੇਂ ਨੀਹਾਂ 'ਚ ਚਿਣਾਂਗੇ? ਨਹੀਂ ਹੋ ਸਕਦਾ, ਇਦਾਂ ਨਹੀਂ ਹੋਏਗਾ। ਹਾਂਜੀ, ਹਮ ਹੋਵੇਂ ਕਿਸ ਤੁਮੈ ਦਗੀਰ। ਅਸੀਂ ਕਿਦਾਂ ਤੁਹਾਡੇ ਤੋਂ ਉਲਟੇ ਹੋਵਾਂਗੇ? ਭਾਵ ਨਹੀਂ ਹੋਵਾਂਗੇ। ਜੋ ਹਮ ਤੁਮ ਪਰ ਹੱਥ ਚੱਕੈ ਤੋ ਤੁਮ ਪਤਸ਼ਾਹੀ ਲੈਹੋ। ਜੇ ਅਸੀਂ ਤੁਹਾਡੇ ਤੇ ਹੱਥ ਚੁੱਕਾਂਗੇ, ਤੁਹਾਨੂੰ ਤੁਹਾਡੇ ਆਉਣ ਵਾਲੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਾਂਗੇ ਜਾਂ ਤਤੀਆਂ ਤਵੀਆਂ ਤੇ ਬਿਠਾਵਾਂਗੇ ਜਾਂ ਉਹਨਾਂ ਦੇ ਸੀਸ ਲਾਵਾਂਗੇ, ਕੋਈ ਵੀ ਅਸੀਂ ਗਲਤੀ ਕਰਾਂਗੇ ਜਿਵੇਂ ਤੁਸੀਂ ਕਹਿ ਰਹੇ ਹੋ,
ਮਾੜਾ ਜੇ ਵੀ ਅਸੀਂ ਤੁਹਾਡੇ ਘਰ ਦੇ ਖਿਲਾਫ ਚੱਲਾਂਗੇ ਤਾਂ ਤੁਹਾਨੂੰ ਹੱਕ ਹੋਵੇਗਾ ਕਿ ਤੁਸੀਂ ਆਪਣੀ ਬਾਦਸ਼ਾਹੀ ਵਾਪਸ ਲੈ ਲਓ। ਇਸ ਕਰਾਰ ਕੇ ਉਪਰ ਆਗੇ ਪਤਸ਼ਾਹੀ ਦੇਹੋ। ਇਹ ਮੇਰਾ ਤੁਹਾਡਾ ਇਕਰਾਰ ਆ। ਬਾਬਰ ਕਹਿੰਦਾ ਹੈ ਬਾਬਾ ਜੀ, ਇਸ ਇਕਰਾਰ ਤੇ ਆਪਾਂ ਇਕਰਾਰਨਾਮੇ ਹੁੰਦੇ ਆ ਨਾ, ਸਰਕਾਰਾਂ ਦੇ ਆਪਸ ਵਿੱਚ ਇਕਰਾਰਨਾਮੇ ਹੁੰਦੇ, ਸ਼ਰਤਾਂ ਹੁੰਦੀਆਂ, ਦੋਵਾਂ ਪਾਸਿਆਂ ਦੇ ਦਸਖਤ ਹੁੰਦੇ ਆ, ਸਾਈਨ ਹੁੰਦੇ ਆ। ਮੇਰੇ ਤੁਹਾਡੇ ਮਹਾਰਾਜ ਇਹ ਵਾਅਦੇ ਰਹੇ ਪੱਕੇ, ਤੁਸੀਂ ਰਾਜ ਦਿਓ ਮੈਨੂੰ, ਮੈਂ ਹਿੰਦੁਸਤਾਨ ਦਾ ਰਾਜ ਕਰਾਂਗਾ, ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਤੁਹਾਡੀ ਤਾਬੇ ਰਹਿਣਗੀਆਂ। ਜੇ ਕਿਤੇ ਅਸੀਂ ਗਲਤੀ ਕਰੀਏ ਤੁਹਾਨੂੰ ਹੱਕ ਹੋਵੇਗਾ ਆਪਣਾ ਰਾਜ ਵਾਪਸ ਲੈ ਲਓ। ਹਾਂਜੀ, ਇਸ ਕਰਾਰ ਕਰਦੀ ਪਤਸ਼ਾਹੀ। ਸਾਧ ਸੰਗਤ ਜੀ ਆਖੋ ਸਤਨਾਮ ਸ੍ਰੀ, ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਐਸੇ ਸਤਿਗੁਰੂ ਪਾਤਸ਼ਾਹਾਂ ਦੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨਾਲ ਇਕਰਾਰ ਕੀਤਾ ਤੇ ਉਹਨੂੰ ਪਾਤਸ਼ਾਹੀ ਹਿੰਦੁਸਤਾਨ ਦੀ 7 ਪੁਸਤਾਂ ਵਾਸਤੇ ਬਖਸ਼ ਦਿੱਤੀ। ਤੀਨ ਪਤਸ਼ਾਹਨ ਨਾਹੇ ਭੁਲਾਈ। ਸੋ 3 ਪੀੜ੍ਹੀਆਂ ਤੱਕ ਤਾਂ ਇਹਨਾਂ ਨੇ ਇਕਰਾਰ ਯਾਦ ਰੱਖਿਆ। ਬਾਬਰ ਨੇ ਤਾਂ ਰੱਖਣਾ ਹੀ ਸੀ, ਉਹਨੇ ਤਾਂ ਆਪ ਆਪਣੀ ਜ਼ੁਬਾਨ ਤੋਂ ਇਕਰਾਰਨਾਮਾ ਕੀਤਾ ਸੀ। ਬਾਬਰ ਗੁਰੂ ਨਾਨਕ ਸਾਹਿਬ ਦੇ ਭੈ ਵਿੱਚ ਚੱਲਿਆ, ਉਹਨੇ ਬਾਬੇ ਦੀਆਂ ਝਿੜਕਾਂ ਵੀ ਖਾਧੀਆਂ ਪਰ ਬਾਬੇ ਦੇ ਸਾਹਮਣੇ ਬੋਲਿਆ ਨਹੀਂ। ਗੁਰੂ ਨਾਨਕ ਸਾਹਿਬ ਨੇ ਉਹਨੂੰ ਮੂੰਹ ਤੇ ਕਹਿਤਾ ਸੀ ਤੂੰ ਜਾਬਰ ਹੈ, ਤੇ ਐਡੀ ਵੱਡੀ ਗੱਲ ਕਿਸੇ ਬਾਦਸ਼ਾਹ ਨੂੰ ਕਹਿਣੀ, ਬਰਦਾਸ਼ਤ ਕਰਨੀ ਬੜੀ ਔਖੀ ਬਾਦਸ਼ਾਹ ਵਾਸਤੇ, ਪਰ ਉਹਨੇ ਕੀਤੀ। ਉਹਨੂੰ ਪਤਾ ਸੀ ਕਿ ਵੱਡੀ ਤਾਕਤ ਦੇ ਮਾਲਕ ਬੈਠੇ ਹਨ, ਇਹਨਾਂ ਦੇ ਸਾਹਮਣੇ ਮੇਰੀ ਕੋਈ ਪੇਸ਼ ਨਹੀਂ ਜਾਣੀ। ਤੇ ਫਿਰ ਹਮਾਯੂ ਉਹਦਾ ਬੇਟਾ ਸੀਗਾ, ਉਹਨੇ ਵੀ ਗੁਰੂ ਘਰ ਦਾ ਸਤਿਕਾਰ ਅਦਬ ਰੱਖਿਆ। ਸ਼ੇਰ ਸ਼ਾਹ ਸੂਰੀ ਤੋਂ ਇੱਕ ਵਾਰੀ ਹਮਾਯੂ ਹਾਰ ਗਿਆ ਤੇ ਵਜ਼ੀਰ ਨੂੰ ਪੁੱਛਿਆ ਵੀ ਮੇਰਾ ਤੇ ਰਾਜ ਭਾਗ ਚਲਾ ਗਿਆ, ਮੇਰੇ ਪਿਤਾ ਨੂੰ ਕਹਿੰਦੇ ਪੀਰ ਨਾਨਕ ਨੇ ਬਖਸ਼ਿਸ਼ ਕੀਤੀ ਸੀ, ਉਹਨਾਂ ਦਾ ਘਰ ਕਿੱਥੇ ਹੈ? ਵਜ਼ੀਰ ਨੇ ਆਖਿਆ ਇਸ ਵੇਲੇ ਉਹ ਤਾਂ ਜੋਤੀ ਜੋਤ ਸਮਾ ਗਏ, ਉਹਨਾਂ ਦੀ ਥਾਂ ਤੇ ਦੂਸਰੇ ਪਾਤਸ਼ਾਹ ਖੰਡੂਰ ਸਾਹਿਬ 'ਚ ਬੈਠੇ ਆ। ਹਮਾਯੂ ਖੰਡੂਰ ਸਾਹਿਬ ਆਇਆ, ਜੰਗ 'ਚੋਂ ਹਾਰ ਕੇ। ਗੁਰੂ ਅੰਗਦ ਸਾਹਿਬ ਬੱਚਿਆਂ ਨੂੰ ਵਿਦਿਆ ਪੜ੍ਹਾ ਰਹੇ ਸਨ, ਆਪਣੀ ਮਸਤੀ 'ਚ ਨਾਮ 'ਚ ਬੈਠੇ ਸਨ। ਹਮਾਯੂ ਨੂੰ ਸੀਗਾ ਕਿ ਮੈਂ ਐਡਾ ਵੱਡਾ ਬਾਦਸ਼ਾਹ ਉੱਠ ਕੇ ਮੇਰਾ ਸਤਿਕਾਰ ਕਰਨਗੇ, ਪਰ ਸਤਿਗੁਰੂ ਅਡੋਲ ਬੈਠੇ ਰਹੇ। ਉਹਦੇ ਬਾਦਸ਼ਾਹੀ ਹੰਕਾਰ 'ਚ ਥੋੜਾ ਜਿਹਾ ਉਛਾਲ ਆਇਆ ਤੇ ਤੇਗ ਨੂੰ ਮਿਆਨ 'ਚੋਂ ਕੱਢਿਆ ਵੀ ਮੈਂ ਸਿਰ ਲਾ ਦੇ ਇਹਨਾਂ ਦਾ। ਮਹਾਰਾਜ ਨੇ ਦੇਖਿਆ ਗੁਰੂ ਅੰਗਦ ਸਾਹਿਬ ਨੇ ਅੱਧੀ ਤਲਵਾਰ ਮਿਆਨ ਦੇ ਵਿੱਚ ਜਾਮ ਹੋ ਗਈ, ਅੱਧੀ ਬਾਹਰ। ਮਹਾਰਾਜ ਕਹਿੰਦੇ ਕੱਢ ਹੁਣ, ਇਹ ਤਲਵਾਰ ਇੱਥੇ ਕੱਢ ਰਿਹਾ, ਉੱਥੇ ਜੰਗ 'ਚ ਕੱਢਣੀ ਸੀ, ਮੈਦਾਨੇ ਜੰਗ 'ਚ ਸੂਰਮਿਆਂ ਤਰ੍ਹਾਂ ਲੜ ਕੇ ਮਰਨਾ ਸੀ। ਫਿਰ ਪੈਰੀ ਪੈ ਗਿਆ ਹਮਾਯੂ ਤੇ ਕਹਿਣ ਲੱਗਾ ਬਖਸ਼ੋ ਮਹਾਰਾਜ, ਖਤਾ ਹੋ ਗਈ। ਗੁਰੂ ਅੰਗਦ ਸਾਹਿਬ ਕਹਿੰਦੇ ਜੇ ਆ ਖਤਾ ਨਾ ਕਰਦਾ ਹੁਣੇ ਰਾਜ ਦਵਾ ਦਿੰਦੇ, ਪਰ ਹੁਣ 12 ਸਾਲ ਬਾਅਦ ਆਵੀਂ ਫਿਰ ਦਵਾਵਾਂਗੇ। ਆਪਣੇ ਮੁਲਕ ਚਲਾ ਗਿਆ ਹਮਾਯੂ, 12 ਸਾਲ ਬਾਅਦ ਆਇਆ, ਫਿਰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਹਮਾਯੂ ਨੂੰ ਵੀ ਗੁਰੂ ਘਰ ਦੀ ਮਹਿਮਾ ਦਾ ਗਿਆਨ ਰਿਹਾ, ਸੋਝੀ ਰਹੀ। ਉਸ ਤੋਂ ਬਾਅਦ ਉਹਦਾ ਪੁੱਤਰ ਅਕਬਰ ਸ਼ਾਹ ਬੈਠਾ, ਹਿੰਦੁਸਤਾਨ ਦਾ ਸਮਰਾਟ ਬਣਿਆ। ਪੂਰੇ 50 ਸਾਲ ਉਹਨੇ ਹਿੰਦੁਸਤਾਨ ਤੇ ਰਾਜ ਕੀਤਾ। 13 ਸਾਲ ਦੀ ਉਮਰ 'ਚ ਅਕਬਰ ਸ਼ਹਿਨਸ਼ਾਹ ਬਣਿਆ, 63 ਸਾਲ ਦੀ ਉਮਰ 'ਚ ਉਹਦੀ ਮੌਤ ਹੋਈ। ਅਕਬਰ 50 ਸਾਲ ਰਾਜ ਕਰ ਗਿਆ। ਸਤਿਗੁਰੂ ਅਮਰਦਾਸ ਜੀ ਨੂੰ ਆਪਣਾ ਪਿਤਾ ਮੰਨਦਾ ਸੀ। ਨੰਗੇ ਪੈਰੀ ਗੋਇੰਦਵਾਲ ਸਾਹਿਬ ਆਇਆ ਸੀਗਾ। ਕਹਿੰਦੇ ਜਦੋਂ ਗੋਇੰਦਵਾਲ ਸਾਹਿਬ ਚੁਬਾਰਾ ਸਾਹਿਬ ਨੂੰ ਮੱਥਾ ਟੇਕਣ ਜਾ ਰਿਹਾ ਸੀ ਅਕਬਰ, ਤੇ ਮਰਿਆਦਾ ਹੈ ਰਾਜੇ ਮਹਾਰਾਜੇ, ਜਦੋਂ ਕਿਤੇ ਬਾਦਸ਼ਾਹ ਜਾਂਦਾ ਤਾਂ ਉਹਦੇ ਗਲੀ ਦੇ ਵਿੱਚ ਉਹ ਮੈਟ ਜੇ ਵਿਛਾ ਦਿੰਦੇ ਆ ਵੀ ਬਾਦਸ਼ਾਹ ਨੇ ਮੈਟ ਵਿਛਾ ਦਿੱਤੇ ਵੀ ਬਾਦਸ਼ਾਹ ਗੁਰੂ ਅਮਰਦਾਸ ਜੀ ਨੂੰ ਮਿਲਣ ਜਾ ਰਿਹਾ ਨੰਗੇ ਪੈਰੀ। ਜਦੋਂ ਤੰਬੂ 'ਚੋਂ ਬਾਹਰ ਨਿਕਲਿਆ, ਅੱਗੇ ਮੈਟ ਵਿਛੇ ਸਨ, ਚੁੱਕ ਕੇ ਪਰੇ ਮਾਰੇ, ਕਹਿਣ ਲੱਗਾ ਮੈਂ ਆਪਣੇ ਸਤਿਗੁਰਾਂ ਦੇ ਘਰ ਆਇਆ ਹਾਂ, ਆਪਣੇ ਪਿਤਾ ਦੇ ਘਰ ਆਇਆ ਹਾਂ, ਇੱਥੇ ਮੈਟ ਤੇ ਨਹੀਂ ਤੁਰਨਾ। ਗਲੀ ਦੇ ਵਿੱਚ ਜ਼ਮੀਨ ਨੂੰ ਮਿੱਟੀ ਨੂੰ ਮੱਥੇ ਲਾਉਂਦਾ ਹੋਇਆ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਦੇ ਚਰਨਾਂ 'ਚ ਹਾਜ਼ਰ ਹੋਇਆ। ਦਰਸ਼ਨ ਕੀਤੇ, ਗੁਰੂ ਸਾਹਿਬ ਜੀ ਦੇ ਨਾਲ ਬਚਨ ਬਿਲਾਸ ਹੋਏ। ਤੇ ਮਹਾਰਾਜ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਲੰਗਰ ਦੇ ਵਿੱਚ ਪ੍ਰਸ਼ਾਦਾ ਦਾਲ ਨਹੀਂ ਸੀ ਛਕਿਆ ਕਰਦੇ, ਓਗਰਾ ਛਕਿਆ ਕਰਦੇ ਸਨ। ਬਾਥੂ ਜਿਹਾ ਇੱਕ ਪਦਾਰਥ ਹੁੰਦਾ, ਉਹਨੂੰ ਉਬਾਲ ਕੇ ਉਹਦਾ ਓਗਰਾ ਛਕਿਆ ਕਰਦੇ ਸੀ।
ਭਾਈ ਬੱਲੂ ਸਾਹਿਬ ਜੀ ਸਤਿਗੁਰਾਂ ਵਾਸਤੇ ਓਗਰਾ ਲੈ ਕੇ ਆਏ। ਗੁਰੂ ਅਮਰਦਾਸ ਸਾਹਿਬ ਜੀ ਛਕਣ ਲੱਗੇ ਨਾ ਜਦੋਂ, ਤੇ ਅਕਬਰ ਦੇ ਮਨ ਵਿੱਚ ਆਇਆ ਵੀ ਇਹ ਜੋ ਸਤਿਗੁਰੂ ਛਕ ਰਹੇ ਨੇ ਪਤਾ ਨਹੀਂ ਕੈਸਾ ਪਦਾਰਥ ਹੈ, ਕਿੰਨਾ ਚੰਗਾ ਹੋਵੇ ਜੇ ਮੈਨੂੰ ਵੀ ਇਹਦੇ ਚੋਂ ਪ੍ਰਸ਼ਾਦ ਮਿਲੇ, ਮੈਂ ਵੀ ਛਕਾਂ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਜਾਣੀ ਜਾਣ ਮਹਾਰਾਜ। ਭਾਈ ਬੱਲੂ ਨੂੰ ਕਹਿੰਦੇ ਅੱਧਾ ਕੱਢ ਕੇ ਬਾਦਸ਼ਾਹ ਨੂੰ ਥਾਲੀ 'ਚ ਪਾ ਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪਣਾ ਛਕਣ ਵਾਲਾ ਓਗਰਾ, ਅਲੂਣਾ ਲੂਣ ਵੀ ਨਹੀਂ ਸੀ ਪਾਉਂਦੇ ਉਹਦੇ ਵਿੱਚ, 8 ਪਹਿਰਾ ਹੀ ਛਕਦੇ ਸਨ। ਦਾਲ ਰੋਟੀ ਤਾਂ ਸਾਰੀ ਉਮਰ ਮਹਾਰਾਜ ਨੇ ਨਹੀਂ ਛਕੀ, 22 ਸਾਲ ਗੱਦੀ ਤੇ ਰਹੇ ਆ, ਸਿਰਫ ਓਗਰਾ ਹੀ ਛਕਣਾ। ਖੱਦਰ ਦਾ ਇੱਕ ਚੋਲਾ ਰੱਖਦੇ ਸੀ, ਸਾਲ ਪਿੱਛੋਂ ਬਦਲਦੇ ਸੀ, ਉਹਨੂੰ ਹੀ ਧੋ ਕੇ ਪਾਉਂਦੇ ਸਨ। ਇੰਨਾ ਸਾਦਾ ਜੀਵਨ ਸੀ ਗੁਰੂ ਅਮਰਦਾਸ ਸਾਹਿਬ ਜੀ ਦਾ, ਸਾਰੇ ਰਸਾਂ ਕਸਾਂ ਤੋਂ ਉੱਪਰ। ਓਗਰਾ ਜਦੋਂ ਅਕਬਰ ਨੇ ਲਿਆ ਤੇ ਮੂੰਹ 'ਚ ਪਾਇਆ ਚਮਚਾ ਭਰ ਕੇ, ਕਪਾਟ ਖੁੱਲ੍ਹ ਗਏ। ਕਹਿਣ ਲੱਗਾ ਦੁਨੀਆ ਦੇ 36 ਪ੍ਰਕਾਰ ਦੇ ਖਾਣੇ ਮੈਂ ਰੋਜ਼ ਖਾਂਦਾ ਹਾਂ, ਪਰ ਇਹ ਸਵਾਦ ਮੈਨੂੰ ਕਿਤੋਂ ਨਹੀਂ ਆਇਆ ਜਿਹੜਾ ਸਤਿਗੁਰਾਂ ਦੇ ਓਗਰੇ 'ਚੋਂ ਆਇਆ ਹੈ। ਅਕਬਰ ਸ਼ਹਿਨਸ਼ਾਹ ਕਹਿਣ ਲੱਗਾ ਇੰਨੀ ਦੁਨੀਆ ਲੰਗਰ ਛਕ ਰਹੀ ਹੈ, ਕਿੱਥੋਂ ਆਮਦਨ ਹੁੰਦੀ ਹੈ? ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਲੰਗਰ ਹੈ, ਆਪੇ ਚਲਾਉਂਦੇ ਆ। ਕਹਿੰਦਾ ਮੇਰਾ ਜੀ ਕਰਦਾ ਇਹਦੇ ਵਾਸਤੇ ਜਗੀਰ ਲਾ ਦਿਆਂ, ਲੰਗਰ ਚੱਲਦਾ ਰਵੇ। 84 ਪਿੰਡਾਂ ਦੀ ਜ਼ਮੀਨ ਉਹਨੇ ਭੇਟਾ ਕੀਤੀ। ਮਹਾਰਾਜ ਕਹਿੰਦੇ ਅਸੀਂ ਲੰਗਰ ਵਾਸਤੇ 1 ਇੰਚ ਵੀ ਨਹੀਂ ਲੈਣੀ, ਇਹ ਆਪਣੀ ਆਪਣੇ ਕੋਲ ਰੱਖ, ਜਗੀਰ ਦੀ ਲੋੜ ਨਹੀਂ। ਗੁਰੂ ਨਾਨਕ ਦਾ ਲੰਗਰ ਜਗੀਰਾਂ ਨਾਲ ਨਹੀਂ ਚੱਲਦਾ। ਕਹਿਣ ਲੱਗਾ ਮਹਾਰਾਜ ਜੇ ਮੇਰੀ ਭੇਟਾ ਇੱਦਾਂ ਪ੍ਰਵਾਨ ਨਹੀਂ ਕਰਦੇ ਤਾਂ ਮੈਂ ਇੱਕ ਬੇਨਤੀ ਕਰਨੀ ਹੈ। ਸਤਿਗੁਰੂ ਅਮਰਦਾਸ ਜੀ ਕਹਿੰਦੇ ਦੱਸ ਕੀ ਕਹਿੰਦਾ? ਕਹਿੰਦਾ ਤੁਸੀਂ ਮੇਰੇ ਪਿਤਾ ਹੋ, ਮੈਂ ਤੁਹਾਡਾ ਪੁੱਤਰ ਹਾਂ। ਅਕਬਰ ਕਹਿੰਦਾ, ਮਹਾਰਾਜ ਕਹਿੰਦੇ ਉਹ ਤਾਂ ਠੀਕ ਹੈ। ਕਹਿੰਦਾ ਫਿਰ ਭੈਣ ਭਾਨੀ ਮੇਰੀ ਭੈਣ ਲੱਗਦੀ ਹੈ, ਜੇ ਤੁਸੀਂ ਮੇਰੇ ਕੋਲ ਕੁਝ ਨਹੀਂ ਲੈਂਦੇ ਮੈਂ ਆਪਣੀ ਭੈਣ ਨੂੰ ਤਾਂ ਦੇ ਸਕਦਾ। ਬੀਬੀ ਭਾਨੀ ਮੇਰੀ ਭੈਣ ਹੈ ਤੇ ਮੈਂ ਆਪਣੀ ਭੈਣ ਦੇ ਨਾਂ ਤੇ 84 ਪਿੰਡ ਜਗੀਰ ਲਾ ਚੱਲਿਆ। ਉਹ 84 ਪਿੰਡਾਂ ਦੀ ਜਗੀਰ ਮਹਾਰਾਜ ਲੈਣੀ ਨਹੀਂ ਸੀ ਚਾਹੁੰਦੇ ਗੁਰੂ ਅਮਰਦਾਸ ਜੀ, ਪਰ ਅਕਬਰ ਦੀ ਬੇਨਤੀ ਮੰਨ ਕੇ ਲੈਣੀ ਪਈ। ਤੇ ਨਾਲੇ ਸਤਿਗੁਰੂ ਅਮਰਦਾਸ ਜੀ ਜਾਣਦੇ ਸਨ ਵੀ ਆਉਣ ਵਾਲੇ ਸਮੇਂ 'ਚ ਵੱਡੇ ਵੱਡੇ ਕਾਰਜ ਗੁਰੂ ਘਰ ਦੇ ਹੋਣੇ ਆ, ਉਦੋਂ ਇਹ ਜ਼ਮੀਨ ਕੰਮ ਆਵੇਗੀ। ਸੋ ਜਦੋਂ ਸ੍ਰੀ ਅੰਮ੍ਰਿਤਸਰ ਆਦਿਕ ਨਗਰੀਆਂ ਵਸੀਆਂ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜਿਆਂ ਨੂੰ ਵੀ ਘਾਹ ਪੱਠੇ ਦੀ ਲੋੜ ਪਈ। ਬਾਬਾ ਬੁੱਢਾ ਸਾਹਿਬ ਜੀ ਉੱਥੇ ਬੀੜ ਝਬਾਲ ਰਹਿੰਦੇ ਰਹੇ, ਉਹ ਜ਼ਮੀਨ ਹੀ ਸੀ ਝਬਾਲ ਵਾਲੀ ਸਾਰੀ 84 ਪਿੰਡਾਂ ਦੀ। ਅਕਬਰ ਸ਼ਹਿਨਸ਼ਾਹ ਭੇਟਾ ਕਰ ਗਿਆ। ਐਸਾ ਉਹ 3 ਪੀੜ੍ਹੀਆਂ ਤੱਕ ਮੁਗਲਾਂ ਨੇ ਸੇਵਾ ਕੀਤੀ। ਪਹਿਲਾਂ ਬਾਬਰ ਨੇ, ਫਿਰ ਹਮਾਯੂ ਨੇ, ਫਿਰ ਅਕਬਰ ਨੇ ਤਾਬੇਦਾਰੀ ਕੀਤੀ ਗੁਰੂ ਘਰ ਦੀ। ਬਾਬਰ ਤੇ ਸੋ ਹਿਮਾਯੂ ਪਇਓ, ਸੋ ਬਾਬਰ ਦਾ ਪੁੱਤਰ ਹਮਾਯੂ ਹੋਇਆ ਹੈ। ਹਿਮਾਯੂ ਨੇ ਫਿਰ ਅਕਬਰ ਜਇਓ, ਹਮਾਯੂ ਦਾ ਪੁੱਤਰ ਅਕਬਰ ਪੈਦਾ ਹੋਇਆ ਹੈ। तीनों ने गुर महिमा राखी। ਇਹਨਾਂ ਤਿੰਨਾਂ ਪੀੜ੍ਹੀਆਂ ਵਿੱਚ ਬਾਬਰ, ਹਮਾਯੂ ਤੇ ਅਕਬਰ ਤਿੰਨਾਂ ਬਾਦਸ਼ਾਹਾਂ ਨੇ ਗੁਰੂ ਸਾਹਿਬ ਦੀ ਬਹੁਤ ਮਹਿਮਾ ਸਤਿਕਾਰ ਕੀਤਾ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਬੁਲਾਇਆ ਗਏ ਸੀ ਜਦੋਂ ਮਹਾਰਾਜ ਲਾਹੌਰ, ਉਦੋਂ ਗੱਦੀ ਤੇ ਤਾਂ ਗੁਰੂ ਅਮਰਦਾਸ ਜੀ ਸਨ, ਪਰ ਗੁਰੂ ਰਾਮਦਾਸ ਜੀ ਤੋਂ ਸੇਵਾ ਕਰਿਆ ਕਰਦੇ ਸਨ। ਪੰਡਤਾਂ ਨੇ ਸ਼ੰਕਾ ਕੀਤਾ ਸੀ ਵੀ ਗੁਰੂਆਂ ਨੇ ਬਾਣੀ ਆਪਣੀ ਉਚਾਰਨ ਕਰ ਲਈ ਹੈ, ਆਪਣਾ ਹੀ ਮੰਤਰ ਬਣਾ ਲਿਆ, ਸਾਡਾ ਧਰਮ ਛੱਡ ਦਿੱਤਾ ਹੈ। ਤੇ ਉਹਨਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਉਹਨਾਂ ਨੇ ਨਵਾਂ ਧਰਮ ਕਿਉਂ ਚਲਾਇਆ। ਪੰਡਤਾਂ ਬਾਹਮਣਾਂ ਦੀ ਸ਼ਿਕਾਇਤ ਤੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਨੂੰ ਅਕਬਰ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਲਾਹੌਰ ਆ ਕੇ ਦਰਸ਼ਨ ਦਿਓ। ਤੇ ਸਤਿਗੁਰੂ ਕਹਿਣ ਲੱਗੇ ਵੀ ਅਸੀਂ ਤਾਂ ਬਿਰਧ ਅਵਸਥਾ ਜਾਂ ਸਾਡਾ ਸੇਵਕ ਜਾਏਗਾ। ਗੁਰੂ ਰਾਮਦਾਸ ਜੀ ਗਏ ਸੀ, ਪੰਡਤਾਂ ਦਾ ਸ਼ੰਕਾ ਦੂਰ ਕੀਤਾ ਸੀ ਤੇ ਉਹਨਾਂ ਦਾ ਵੀ ਬਹੁਤ ਸਤਿਕਾਰ ਕਰਦਾ ਸੀ। ਬੀਬੀ ਭਾਨੀ ਨੂੰ ਆਪਣੀ ਭੈਣ ਮੰਨਿਆ ਕਰਦਾ ਸੀ ਅਕਬਰ। ਤੇ ਜਦੋਂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਪਰਉਪਕਾਰ ਦੇ ਕਾਰਜ ਕੀਤੇ, ਉਦੋਂ ਵੀ ਉਹ ਗੁਰੂ ਅਰਜਨ ਸਾਹਿਬ ਜੀ ਦਾ ਵੀ ਸਤਿਕਾਰ ਕਰਦਾ ਸੀ। 3 ਪਾਤਸ਼ਾਹੀਆਂ ਦੇ ਸਮੇਂ ਅਕਬਰ ਦਾ ਰਾਜ ਰਿਹਾ ਹੈ। ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦਾ ਸਾਰਾ ਸਮਾਂ 22 ਸਾਲ ਗੁਰੂ ਅਮਰਦਾਸ ਜੀ ਗੱਦੀ ਤੇ ਰਹੇ, 7 ਸਾਲ ਗੁਰੂ ਰਾਮਦਾਸ ਜੀ ਰਹੇ, 25 ਸਾਲ ਸ੍ਰੀ ਗੁਰੂ ਅਰਜਨ ਸਾਹਿਬ ਜੀ ਗੱਦੀ ਤੇ ਰਹੇ।
ਜਦੋਂ ਅਕਬਰ ਦੀ ਮੌਤ ਹੋਈ, ਜਹਾਂਗੀਰ ਬੈਠਾ ਤੇ ਉਹਨੇ ਬਹਿੰਦਿਆਂ ਸਾਰੀ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾ ਦਿੱਤਾ। ਸੋ ਜਹਾਂਗੀਰ ਦੇ ਸਮੇਂ ਕੰਮ ਵਿਗੜਿਆ ਹੈ। ਹਾਂਜੀ। ਮੁਕਤੇ ਵੀ ਕਛ ਬੁਰੀ ਨਾ ਪਾਖੀ। ਹੋਰ ਤਾਂ ਕੀ ਵਿਗਾੜ ਕਰਨਾ ਸੀ। ਇਹਨਾਂ ਤਿੰਨਾਂ ਬਾਦਸ਼ਾਹਾਂ ਨੇ, ਬਾਬਰ, ਹਮਾਯੂੰ ਤੇ ਅਕਬਰ ਨੇ, ਗੁਰੂ ਘਰ ਦੀ ਸ਼ਾਨ ਦੇ ਖਿਲਾਫ ਇੱਕ ਲਫ਼ਜ਼ ਵੀ ਆਪਣੀ ਜ਼ੁਬਾਨ ਤੋਂ ਨਹੀਂ ਕੱਢਿਆ। ਹਾਂਜੀ। ਚੌਥੇ ਸ਼ਾਹ ਪਇਓ ਜਹਾਂਗੀਰ। ਇਸ ਖਾਨਦਾਨ ਚ ਚੌਥਾ ਬਾਦਸ਼ਾਹ ਜਹਾਂਗੀਰ ਬਣਿਆ। ਮੁੱਲਾ ਕਾਜੀ ਮਿਲ ਪਇਓ ਅਸੀਰ। ਇਹਨੂੰ ਕਾਜ਼ੀਆਂ ਮੁਲਾਣਿਆਂ ਨੇ ਚੁੱਕ ਦਿੱਤੀ। ਉਹਨਾਂ ਵਿੱਚੋਂ ਇੱਕ ਸਾਧ ਸੰਗਤ ਜੀ ਸ਼ੇਖ ਅਹਿਮਦ ਸਰਹੰਦੀ ਹੋਇਆ। ਫਤਿਹਗੜ੍ਹ ਸਾਹਿਬ ਜੋ ਗੁਰਦੁਆਰਾ ਸਾਹਿਬ ਸ਼ਹੀਦਾਂ ਸਿੰਘਾਂ ਦਾ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਜੀ ਦਾ ਸ਼ਹੀਦੀ ਅਸਥਾਨ ਹੈ, ਉਦੋਂ ਪਠਾਣਾ ਦੀ ਬਸੀ ਨੂੰ ਜਿਹੜੀ ਸੜਕ ਜਾਂਦੀ ਹੈ, ਰੇਲਵੇ ਫਾਟਕ ਪਾਰ ਕਰਕੇ ਅੱਧਾ ਕਿਲੋਮੀਟਰ ਅੱਗੇ ਜਾ ਕੇ ਰੋਜ਼ਾ ਸ਼ਰੀਫ ਹੈ। ਰੋਜ਼ਾ ਸ਼ਰੀਫ ਦੇ ਅੰਦਰ ਇੱਕ ਬੜੀ ਵੱਡੀ ਕਬਰ ਹੈ। ਉਹ ਕਬਰ ਸ਼ੇਖ ਅਹਿਮਦ ਸਰਹੰਦੀ ਦੀ ਹੈ। ਇਹ ਨਕਸ਼ਬੰਦੀ ਸਿਲਸਿਲਾ, ਸੂਫੀਆਂ ਵਿੱਚ 12 ਸਿਲਸਿਲੇ ਹਨ, ਉਹਨਾਂ 'ਚ ਇੱਕ ਨਕਸ਼ਬੰਦੀ ਹੈ। ਉਸ ਸਿਲਸਿਲੇ ਦਾ ਸ਼ੇਖ ਅਹਿਮਦ ਸਰਹੰਦੀ ਹੋਇਆ। ਹਿੰਦੁਸਤਾਨ ਦੇ ਵਿੱਚ ਪੂਰੇ ਹਿੰਦੁਸਤਾਨ ਨੂੰ ਮੁਸਲਮਾਨ ਬਣਾਉਣ ਦਾ ਉਹਨੇ ਆਪਣੀ ਜ਼ਿੰਦਗੀ 'ਚ ਹੀ ਸੁਪਨਾ ਲਿਆ ਸੀ ਵੀ ਮੈਂ ਬਣਾ ਕੇ ਹੀ ਮਰਾਂਗਾ ਸਾਰੇ ਮੁਲਕ। ਪਰ ਸ਼ੇਖ ਅਹਿਮਦ ਸਰਹੰਦੀ ਦੀ ਪੇਸ਼ ਨਹੀਂ ਗਈ। ਗੁਰੂ ਅਰਜਨ ਸਾਹਿਬ ਮਹਾਰਾਜ ਦੀ ਬਾਣੀ ਦਾ ਐਸਾ ਪ੍ਰਤਾਪ ਸੀ ਕਿ ਮੁਸਲਮਾਨ ਵੀ ਸੁਖਮਨੀ ਸਾਹਿਬ ਪੜ੍ਹਨ ਲੱਗ ਪਏ ਸਨ। ਉਸ ਸ਼ੇਖ ਅਹਿਮਦ ਸਰਹੰਦੀ ਨੇ ਦੇਖਿਆ ਵੀ ਅਕਬਰ ਦੇ ਸਮੇਂ ਦਾਲ ਨਹੀਂ ਗਲਦੀ ਤੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਵਾਉਣਾ ਹੈ। ਉਹਨੇ ਜਹਾਂਗੀਰ ਨੂੰ ਬਾਦਸ਼ਾਹ ਬਣਾਉਣ ਵਿੱਚ ਪੂਰਾ ਰੋਲ ਅਦਾ ਕੀਤਾ। ਅਕਬਰ ਜਹਾਂਗੀਰ ਨੂੰ ਰਾਜ ਨਹੀਂ ਸੀ ਦੇਣਾ ਚਾਹੁੰਦਾ। ਕਹਿੰਦੇ ਜਹਾਂਗੀਰ ਰੱਜ ਕੇ ਸ਼ਰਾਬੀ ਸੀ ਔਰ ਸ਼ਰਾਬ ਵਿੱਚ ਇੰਨਾ ਧੂਤ ਹੋ ਕੇ ਪੈਂਦਾ ਸੀ ਵੀ ਉਹਨੂੰ 2-2 ਦਿਨ ਪਤਾ ਹੀ ਨਹੀਂ ਸੀ ਲੱਗਦਾ ਮੈਂ ਕਿੱਥੇ ਪਿਆ ਹਾਂ। ਉਹ ਆਪਣੇ ਪੋਤਰੇ ਨੂੰ ਰਾਜ ਦੇਣਾ ਚਾਹੁੰਦਾ ਸੀ ਅਕਬਰ, ਖੁਸਰੋ ਨੂੰ। ਤੇ ਖੁਸਰੋ ਨੇ ਬਗਾਵਤ ਕਰਤੀ ਜਦੋਂ ਜਹਾਂਗੀਰ ਨੇ ਕਬਜ਼ਾ ਕਰ ਲਿਆ ਸੀ ਸ਼ੇਖ ਅਹਿਮਦ ਸਰਹੰਦੀ ਦੀ ਮਦਦ ਨਾਲ। ਔਰ ਖੁਸਰੋ ਵਾਪਸ ਜਾਂਦਾ ਹੋਇਆ ਪੰਜਾਬ ਨੂੰ ਜਦੋਂ ਲੰਘਿਆ ਸੀ ਤੇ ਉਹਦੀ ਮਦਦ ਦਾ ਇਲਜ਼ਾਮ ਸ੍ਰੀ ਗੁਰੂ ਅਰਜਨ ਸਾਹਿਬ ਤੇ ਲਾ ਕੇ ਸ਼ੇਖ ਅਹਿਮਦ ਸਰਹੰਦੀ ਵਰਗਿਆਂ ਨੇ, ਚੰਦੂ ਵਰਗਿਆਂ ਨੇ ਸਤਿਗੁਰਾਂ ਨੂੰ ਸ਼ਹੀਦ ਕਰਾਇਆ ਸੀ। ਹਾਂਜੀ। ਉਠ ਗੁਰ ਅਰਜਨ ਸੋ ਖੋਟ ਕਮਾਈ। ਸੋ ਜਹਾਂਗੀਰ ਨੇ ਉਹਨਾਂ ਕਾਜ਼ੀਆਂ ਮੁਲਾਣਿਆਂ ਦੇ ਆਖੇ ਲੱਗ ਕੇ, ਜਿਹੜੇ ਬੜੇ ਹੀ ਈਰਖਾਲੂ ਲੋਕ ਸਨ, ਮੁਤੱਸਬੀ ਲੋਕ ਸਨ, ਉਹਨਾਂ ਦੇ ਆਖੇ ਲੱਗ ਕੇ ਪੰਚਮ ਪਾਤਸ਼ਾਹ ਜੀ ਨੂੰ ਤਤੀ ਤਵੀ ਤੇ ਬਹਾ ਕੇ ਸ਼ਹੀਦ ਕੀਤਾ। ਸੋ ਬੁਰਾਈ ਸਿਰ ਖੱਤਰੀ ਲਾਈ। ਤੇ ਚੰਦੂ ਦੇ ਸਿਰ ਤੇ ਉਹ ਬੁਰਾਈ ਲਾਈ ਗਈ ਕਿਉਂਕਿ ਚੰਦੂ ਨੇ ਮਹਾਰਾਜ ਨੂੰ ਆਪਣੇ ਘਰ ਲਿਜਾ ਕੇ ਸ਼ਹੀਦ ਕੀਤਾ ਸੀ। ਬੜੀ ਸਿਆਸਤ ਦੇ ਨਾਲ ਜਹਾਂਗੀਰ ਨੇ ਇਹ ਕੰਮ ਕਰਵਾਇਆ ਔਰ ਉਹਨੇ ਆਪਣੀ ਕਿਤਾਬ ਜਿਹੜੀ ਹੈ ਤੁਜ਼ਕੇ ਜਹਾਂਗੀਰੀ, ਉਹਨੇ ਆਪਣੀ ਹਿਸਟਰੀ ਲਿਖੀ ਹੈ। ਦਾਸ ਨੇ ਉਸ ਕਿਤਾਬ ਦਾ ਹਿੰਦੀ ਅਨੁਵਾਦ ਪੜ੍ਹਿਆ ਹੈ। ਉਹ ਪਰਸ਼ੀਅਨ ਵਿੱਚ ਹੈ। ਉਹਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਗੁਰੂ ਅਰਜਨ ਮਲ ਨਾਮ ਦਾ ਹਿੰਦੂ ਦਰਮਿਆਨ ਗੋਇੰਦਵਾਲ 'ਚ ਰਹਿੰਦਾ ਸੀ, ਬਿਆਸਾ ਦੇ ਕੰਢੇ ਤੇ, ਜਿਹੜਾ ਸੇਖੀ ਉਹ ਪੀਰੀ ਦੇ ਲਿਬਾਸ ਵਿੱਚ, ਯਾਨੀ ਗੁਰੂਆਂ ਦੇ ਲਿਬਾਸ ਵਿੱਚ ਰਹਿੰਦਾ ਸੀ। ਔਰ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਉਹਦੇ ਚੇਲੇ ਸਨ। ਉਹਦੀ ਇਹ ਦੁਕਾਨੇ ਬਾਤਲ ਝੂਠ ਦੀ ਦੁਕਾਨ 3-4 ਪੁਸਤਾਂ ਤੋਂ ਚੱਲ ਰਹੀ ਸੀ। ਮੈਂ ਇਸ ਦੁਕਾਨ ਨੂੰ ਬੰਦ ਕਰਨਾ ਚਾਹੁੰਦਾ ਸੀ। ਅਚਾਨਕ ਸਮਾਂ ਬਣ ਗਿਆ। ਖੁਸਰੋ ਇਧਰੋਂ ਲੰਘਿਆ ਤੇ ਗੁਰੂ ਅਰਜਨ ਨੇ ਉਹਨੂੰ ਬਾਦਸ਼ਾਹ ਹੋਣ ਦਾ ਆਸ਼ੀਰਵਾਦ ਦਿੱਤਾ, ਮੱਥੇ ਤੇ ਤਿਲਕ ਲਾਇਆ। ਇਦਾਂ ਦੇ ਇਲਜ਼ਾਮ ਲਾ ਕੇ ਉਹਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰ ਦਿੱਤਾ। ਪੰਜਵੇਂ ਪਇਓ ਸੋ ਸ਼ਾਹ ਜਹਾਨ। ਸੋ ਜਹਾਂਗੀਰ ਨੇ ਜੋ ਬਾਬਰ ਨੇ ਵਾਅਦਾ ਕੀਤਾ ਸੀ, ਉਹਦੀ ਵਾਅਦਾ ਖਿਲਾਫੀ ਜਹਾਂਗੀਰ ਤੋਂ ਸ਼ੁਰੂ ਹੋਈ। ਬਾਬਰ ਨੇ ਕਿਹਾ ਸੀ ਅਸੀਂ ਪੀੜ੍ਹੀ ਦਰ ਪੀੜ੍ਹੀ ਤੁਹਾਡਾ ਸਤਿਕਾਰ ਰੱਖਾਂਗੇ, ਪਰ ਚੌਥੀ ਪੀੜ੍ਹੀ ਕੰਮ ਵਿਗੜ ਗਿਆ ਤੇ ਪੰਜਵਾਂ ਬਾਦਸ਼ਾਹ ਇਸੇ ਘਰ ਵਿੱਚ, ਇਸੇ ਮੁਗਲਿਆ ਖਾਨਦਾਨ ਦਾ ਸ਼ਾਹਜਹਾਨ ਬਾਦਸ਼ਾਹ ਹੋਇਆ। ਕਰੇ ਹਿੰਦੂ ਕਈ ਮੁਸਲਮਾਨ। ਉਸ ਨੇ ਵੀ ਕਈ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ। ਛਿਵੋਂ ਪਇਓ ਸੋ ਸ਼ਾਹ ਨੁਰੰਗਾ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਾਲ 4 ਜੰਗਾਂ ਹੋਈਆਂ। ਪਹਿਲੀ ਸ੍ਰੀ ਅੰਮ੍ਰਿਤਸਰ 'ਚ ਹੋਈ, ਦੂਸਰੀ ਸ੍ਰੀ ਹਰਗੋਬਿੰਦਪੁਰੇ ਹੋਈ, ਤੀਸਰੀ ਮਝਾਜ ਹੋਈ ਤੇ ਚੌਥੀ ਕਰਤਾਰਪੁਰ। ਇਹ ਸ਼ਾਹਜਹਾਨ ਦੇ ਟਾਈਮ ਹੀ 4 ਜੰਗਾਂ ਹੋਈਆਂ। ਤੇ ਫਿਰ 6ਵਾਂ ਬਾਦਸ਼ਾਹ ਇਸੇ ਖਾਨਦਾਨ 'ਚ ਔਰੰਗਜ਼ੇਬ ਹੋਇਆ।
ਕਰਿਓ ਗੁਰਿਆਨ ਸੋ ਉਨਬੜ ਦੰਗਾ। ਉਹਨੇ ਤਾਂ ਹੱਦ ਹੀ ਕਰ ਦਿੱਤੀ ਗੁਰੂਆਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕਰ ਦਿੱਤਾ। ਹਰੀ ਕ੍ਰਿਸ਼ਨ ਉਨ ਬਾਲ ਮੰਗਾਏ। ਪਹਿਲਾਂ ਉਹਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਸੱਦਿਆ। ਪਹਿਲਾਂ ਉਹਦੀ ਵਿਗੜੀ ਗੁਰੂ ਹਰਿਰਾਏ ਸਾਹਿਬ ਦੇ ਨਾਲ, ਕਿਉਂਕਿ ਜਿਹੜਾ ਉਹਦਾ ਵੱਡਾ ਭਰਾ ਸੀ ਦਾਰਾ ਸ਼ਿਕੋ, ਉਹ ਬੜਾ ਸਾਧੂ ਮਹਾਪੁਰਸ਼ਾਂ ਵਾਲੀ ਬਿਰਤੀ ਰੱਖਣ ਵਾਲਾ, ਉਹ ਸ਼ੇਖ ਸ਼ਰਮਤ ਦਾ ਚੇਲਾ ਸੀ, ਫਕੀਰੀ ਬਿਰਤੀ ਵਾਲਾ ਸੀ, ਹਿੰਦੂ ਤੇ ਮੁਸਲਮਾਨ ਨੂੰ ਬਰਾਬਰ ਸਮਝਦਾ ਸੀ। ਔਰ ਜੋ ਵੇਦਾਂ ਦੇ ਵਿੱਚ ਗਿਆਨ ਕਾਂਡ ਹੈ, ਉਪਨਿਸ਼ਦਾਂ ਹਨ, 108 ਉਪਨਿਸ਼ਦਾਂ ਹਨ ਵੱਡੀਆਂ, ਜਿਨ੍ਹਾਂ ਚੋਂ 11 ਮੁੱਖ ਹਨ। ਉਹਨਾਂ ਉਪਨਿਸ਼ਦਾਂ ਦਾ ਉਹਨੇ ਸੰਸਕ੍ਰਿਤ ਵਿੱਚੋਂ ਫਾਰਸੀ ਜੋ ਲੱਥਾ ਕਰਵਾਇਆ ਸੀ ਕਿ ਲੋਕਾਂ ਨੂੰ ਇਹ ਬ੍ਰਹਮ ਗਿਆਨ ਪ੍ਰਾਪਤ ਹੋਵੇ, ਘਰ ਘਰ ਜਾਵੇ। ਯਾਨੀ ਬੜਾ ਹੀ ਨੇਕ ਦਿਲ ਇਨਸਾਨ ਤੇ ਸਾਂਝੀਵਾਲਤਾ ਵਾਲੇ ਖਿਆਲਾਂ ਵਾਲਾ ਸੀ। ਔਰੰਗਜ਼ੇਬ ਚਾਹੁੰਦਾ ਸੀ ਵੀ ਮੈਂ ਸਾਰੇ ਪਾਸੇ ਇਸਲਾਮੀ ਸ਼ਰਅ ਦਾ ਪ੍ਰਚਾਰ ਕਰਨਾ ਹੈ। ਇਸ ਕਰਕੇ ਉਹਨੇ ਦਾਰਾ ਸ਼ਿਕੋ ਨੂੰ ਮਾਰਨ ਵਾਸਤੇ ਸ਼ੇਰ ਦੀਆਂ ਮੁੱਛਾਂ ਦੇ ਵਾਲ ਕੁਤਰਾ ਕਰਕੇ ਚਾਵਲਾਂ 'ਚ ਪਾ ਕੇ ਦਾਰੇ ਨੂੰ ਖਵਾ ਦਿੱਤੇ। ਸ਼ੇਰ ਮੂਛ ਕਤਰਾਏ ਕਾ ਚਾਵਰ ਮੈਂ ਪਾਈ। ਜਦੋਂ ਸ਼ੇਰ ਦੇ ਮੁੱਛ ਦੇ ਵਾਲ ਕਿਸੇ ਬੰਦੇ ਦੇ ਅੰਦਰ ਚਲੇ ਜਾਣ ਤੇ ਉਹਦੇ ਜਿੱਥੇ ਜਿੱਥੇ ਜਾ ਕੇ ਡਿੱਗਦੇ ਉੱਥੇ ਜ਼ਖਮ ਕਰ ਦਿੰਦੇ ਆ ਮਿਹਦੇ ਦੇ ਵਿੱਚ, ਉਹਦੀ ਜਾਨ ਨੂੰ ਖਤਰਾ ਹੋ ਗਿਆ। ਬੜੇ ਬੜੇ ਵੈਦਾਂ ਹਕੀਮਾਂ ਤੋਂ ਇਲਾਜ ਪੁੱਛਿਆ, ਕਿਧਰੋਂ ਵੀ ਦਾਰਾ ਸ਼ਿਕੋ ਦੀ ਜਾਨ ਬਚਣ ਦੀ ਨਜ਼ਰ ਨਾ ਆਈ। ਤੇ ਸ਼ਾਹਜਹਾਨ ਬਾਦਸ਼ਾਹ ਚਿੰਤਾ 'ਚ ਪੈ ਗਿਆ ਵੀ ਮੇਰਾ ਵੱਡਾ ਪੁੱਤਰ ਮਾਰਿਆ ਜਾਏਗਾ। ਉਹਨੇ ਸਾਰੇ ਹਕੀਮਾਂ ਨੂੰ ਪੁੱਛਿਆ ਵੀ ਕੋਈ ਇਲਾਜ ਹੈ। ਉਹ ਕਹਿਣ ਲੱਗੇ 1.5 ਪਾਈਆ ਦੀ ਹਰੜ ਤੇ ਮਾਸੇ ਦਾ ਲੌਂਗ ਮਿਲੇ ਤਾਂ ਤੇਰੇ ਬੱਚੇ ਦੀ ਜਾਨ ਬਚਾ ਸਕਦੇ ਆ। ਸਾਰੇ ਹਿੰਦੁਸਤਾਨ ਅਤੇ ਬਾਹਰਲੇ ਮੁਲਕਾਂ ਜਿੱਥੇ ਹਰੜਾਂ ਪੈਦਾ ਕੀਤੀਆਂ ਉੱਥੋਂ ਪਤਾ ਕੀਤਾ ਇਹ ਚੀਜ਼ ਇੰਨੀ ਵੱਡੀ ਨਹੀਂ ਮਿਲਦੀ। ਹਰੜ ਤੋਲੇ 2 ਤੋਲੇ ਦੀ ਹਰੜ ਤਾਂ ਮਿਲਦੀ, 1.5 ਪਾਈਆ ਦੀ ਕਿੱਥੋਂ ਮਿਲਦੀ ਹੈ? ਇੱਕ ਮਾਸੇ 'ਚ ਕਿੰਨੇ ਹੀ ਲੌਂਗ ਚੜ੍ਹ ਜਾਂਦੇ ਆ, ਮਾਸੇ ਦਾ ਲੌਂਗ ਨਹੀਂ ਮਿਲਦਾ। ਸਾਰੇ ਪਾਸਿਓਂ ਨਿਰਾਸ਼ ਹੋ ਗਿਆ। ਤੇ ਇੱਕ ਗੁਰੂ ਕਾ ਪਿਆਰਾ ਨੌਕਰੀ ਕਰਦਾ ਸੀ ਸ਼ਾਹਜਹਾਨ ਕੋਲ, ਕਹਿਣ ਲੱਗਾ ਬਾਦਸ਼ਾਹ ਛੋਟਾ ਮੂੰਹ ਔਰ ਬੜੀ ਬਾਤ ਹੈ, ਜੇ ਮਾਫ ਕਰੋ ਮੇਰੀ ਜਾਨ ਕਿਤੇ, ਕਿਉਂਕਿ ਵੱਡੇ ਲੋਕ ਨਾਰਾਜ਼ ਬੜੀ ਛੇਤੀ ਹੁੰਦੇ ਆ, ਉਹਨਾਂ ਨੂੰ ਗੱਲ ਕਹਿਣ ਵਾਸਤੇ ਵੀ ਬੜੇ ਤਰੀਕੇ ਨਾਲ ਕਹਿਣੀ ਪੈਂਦੀ ਹੈ। ਮਹਾਰਾਜ ਜਿਹੜੀ ਚੀਜ਼ ਸੰਸਾਰ 'ਚ ਕਿਤੋਂ ਨਹੀਂ ਮਿਲਦੀ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਮਿਲ ਸਕਦੀ ਹੈ। ਸਭ ਕੁਝ ਹੈ ਘਰ ਤਿਸਕਾ ਬਲਰਾਮ ਜੀਓ। ਤੁਸੀਂ ਸਤਿਗੁਰਾਂ ਦੇ ਘਰ ਤੋਂ ਦੋਵੇਂ ਚੀਜ਼ਾਂ ਮੰਗੋ, ਮਿਲ ਜਾਣਗੀਆਂ। ਗੁਰੂ ਹਰਿਰਾਏ ਸਾਹਿਬ ਮਹਾਰਾਜ ਕੀਰਤਪੁਰ 'ਚ ਬੈਠੇ ਹਨ, ਉਹਨਾਂ ਨੇ ਬਹੁਤ ਵੱਡਾ ਦਵਾਖਾਨਾ ਖੋਲ੍ਹਿਆ। ਉਹਨਾਂ ਨੂੰ ਬੇਨਤੀ ਕਰਕੇ ਦੇਖੋ। ਸ਼ਾਹਜਹਾਨ ਕਹਿਣ ਲੱਗਾ ਮੈਂ ਤੇ ਉਹਨਾਂ ਦੇ ਨਾਲ ਜੰਗਾਂ ਕੀਤੀਆਂ ਨੇ, ਉਹਨਾਂ ਦੇ ਘਰ ਨਾਲ ਮੇਰੀ ਦੁਸ਼ਮਣੀ ਹੈ, ਕਿਵੇਂ ਦੇਣਗੇ? ਸਿੱਖ ਕਹਿਣ ਲੱਗਾ ਜੀ ਉਹ ਨਿਰਵੈਰ ਹਨ, ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦੇ, ਉਹਨਾਂ ਕੋਲੋਂ ਬਖਸ਼ਿਸ਼ ਲਓ। ਸ਼ਾਹਜਹਾਨ ਬਾਦਸ਼ਾਹ ਨੇ ਆਪਣੇ ਪ੍ਰਧਾਨ ਬੰਦੇ ਭੇਜੇ ਸਨ। ਗੁਰੂ ਹਰਿਰਾਏ ਸਾਹਿਬ ਨੇ ਦੋਵੇਂ ਚੀਜ਼ਾਂ ਦੇ ਕੇ ਭੇਜੀਆਂ ਤੇ ਦਾਰਾ ਸ਼ਿਕੋ ਦੀ ਜਾਨ ਬਚ ਗਈ ਉਹਨਾਂ ਦੋਵਾਂ ਚੀਜ਼ਾਂ ਨਾਲ। ਦਾਰਾ ਸ਼ਿਕੋ ਬਚ ਗਿਆ, ਔਰੰਗਜ਼ੇਬ ਸੜ ਗਿਆ। ਉਹਨੂੰ ਇਹ ਦੁੱਖ ਹੋਇਆ ਵੀ ਜਿਹੜੇ ਬੰਦੇ ਨੂੰ ਮੈਂ ਮਾਰਨਾ ਚਾਹੁੰਦਾ ਗੁਰੂ ਕਿਆਂ ਨੇ ਬਚਾ ਦਿੱਤਾ ਹੈ। ਫਿਰ ਜਦੋਂ ਜੰਗ ਹੋਇਆ ਦਾਰਾ ਸ਼ਿਕੋ ਪੰਜਾਬ ਵੱਲ ਭੱਜਿਆ ਤੇ ਗੋਇੰਦਵਾਲ ਸਾਹਿਬ ਦੇ ਲਾਗੇ ਬੇੜੀਆਂ ਦਾ ਪੁਲ ਸੀਗਾ। ਉਹ ਪੁਲ ਜਦੋਂ ਦਾਰਾ ਸ਼ਿਕੋ ਨੂੰ ਪਾਰ ਲੰਘਾਤਾ ਤੇ ਗੁਰੂ ਹਰਿਰਾਏ ਸਾਹਿਬ ਨੇ ਪੁਲ ਤੋੜਤਾ ਵੀ ਔਰੰਗਜ਼ੇਬ ਨੂੰ ਉਹਦੇ ਪਿੱਛੇ ਪਹੁੰਚ ਜਾਵੇ। ਔਰੰਗਜ਼ੇਬ ਨੂੰ ਇਹ ਵੀ CID ਮਿਲ ਗਈ ਵੀ ਇਹ ਪੁਲ ਤੋੜਨ ਦਾ ਕੰਮ ਗੁਰੂ ਹਰਿਰਾਏ ਸਾਹਿਬ ਨੇ ਕੀਤਾ ਹੈ, ਮੇਰਾ ਰਸਤਾ ਰੋਕਿਆ ਮੇਰੀਆਂ ਫੌਜਾਂ ਦਾ, ਉਹਦੇ ਕਰਕੇ ਵੀ ਬੈਰੀ ਬਣ ਗਿਆ। ਗੁਰੂ ਹਰਿਰਾਏ ਸਾਹਿਬ ਜੀ ਨੂੰ ਬਾਦਸ਼ਾਹ ਨੇ ਸੱਦਿਆ ਦਿੱਲੀ। ਸਤਿਗੁਰੂ ਆਪ ਨਹੀਂ ਗਏ, ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੂੰ ਭੇਜਿਆ, ਜਿਨ੍ਹਾਂ ਨੇ 372 ਕਰਾਮਾਤਾਂ ਦਿੱਲੀ 'ਚ ਦਿਖਾਈਆਂ ਸਨ। ਪਰ ਜਦੋਂ ਬਾਬਾ ਰਾਮ ਰਾਏ ਜੀ ਵੀ ਥਿੜ ਗਏ ਤੇ ਸਤਿਗੁਰੂ ਹਰਿਰਾਏ ਸਾਹਿਬ ਜੋਤੀ ਜੋਤ ਸਮਾ ਕੇ ਗੱਦੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦੇ ਗਏ। ਤੇ ਰਾਮ ਰਾਏ ਦੇ ਕਹੇ ਤੇ ਔਰੰਗਜ਼ੇਬ ਨੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਸੱਦਣ ਦੀ ਖੇਚਲ ਦਿੱਤੀ ਸੀ। ਉਹਦਾ ਜ਼ਿਕਰ ਇੱਥੇ ਹੁਣ ਕੀਤਾ ਜਾ ਰਿਹਾ। ਹਾਂਜੀ, ਉਹ ਸਿਰ ਗਏ ਬੁਰਾਈ ਲਾਏ। ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਜਾ ਕੇ ਬੰਗਲਾ ਸਾਹਿਬ ਠਹਿਰੇ ਤੇ ਬਾਲਾ ਸਾਹਿਬ ਜਾ ਕੇ ਛੋਟੀ ਜਿਹੀ ਅਵਸਥਾ ਵਿੱਚ ਹੀ ਸਰੀਰ ਤਿਆਗ ਗਏ। ਹੁਣ ਦੁਸ਼ਟੀ ਬਹੁਤੀ ਕਰੀ ਗੁਰੂ ਤੇਗ ਬਹਾਦਰ ਯਾਦ। ਫਿਰ ਉਹਨੇ ਬਾਅਦ ਵਿੱਚ ਵੀ ਬੜੇ ਜ਼ੁਲਮ ਕੀਤੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਚਾਂਦਨੀ ਚੌਂਕ ਸ਼ਹੀਦ ਕੀਤਾ। 604 ਪੋਤਰੇ ਲਗੋ ਖੂਨ ਸਿਰ ਤਾਦ। ਤੇ ਫਿਰ ਗੁਰੂ ਸਾਹਿਬ ਜੀ ਦੇ ਪੋਤਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਾਰੇ ਹੀ
ਬਾਬਾ ਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਵੀ ਉਹਦੇ ਸਮੇਂ 'ਚ ਹੀ ਸ਼ਹੀਦ ਹੋਏ। ਸ੍ਰੀ ਗੋਬਿੰਦ ਸਿੰਘ ਬਾਤ ਵਿਚਾਰੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਾਰੇ ਹਾਲਾਤ ਦੇਖ ਕੇ ਹੀ ਇੱਕ ਪਤਸ਼ਾਹੀ ਨ ਰਹੀ ਸਾਰੀ। ਇਹ ਵਿਚਾਰ ਕਰ ਲਿਆ ਵੀ ਬਸ ਹੁਣ ਇਹਨਾਂ ਦਾ ਬੇੜਾ ਗਰਕ ਹੋਣ ਵਾਲਾ ਹੈ, ਪਾਪ ਦੇ ਘੜੇ ਭਰ ਚੁੱਕੇ ਹਨ। ਇੱਕ ਬਾਦਸ਼ਾਹ ਇਹਨਾਂ ਦਾ ਹੋਰ ਰਹਿ ਗਿਆ, 6ਵਾਂ ਇਹ ਹੈ, ਤੇ ਇੱਕ ਹੋਰ ਹੋਵੇਗਾ ਬਹਾਦਰ ਸ਼ਾਹ, ਤੇ ਉਸ ਤੋਂ ਬਾਅਦ ਰਾਜ ਖਤਮ ਕਰ ਦਿਆਂਗੇ। ਇਨ ਸਿਰ ਦੇਹ ਲਗੀ ਚਹੀਏ ਹਮਾਰੀ। ਕਲਗੀਧਰ ਬਾਦਸ਼ਾਹ ਨੇ ਆਖਿਆ ਵੀ ਇਹਨਾਂ ਦੇ ਸਿਰ ਆਪਣੇ ਦੇਹ ਲਾ ਕੇ ਤੇ ਆਪਾਂ ਇਹਨਾਂ ਨੂੰ ਖਤਮ ਕਰ ਦਈਏ। ਯੋ ਸਤਿਗੁਰ ਜੀ ਮਨਸਾ ਤਾਰੀ। ਇਸ ਤਰ੍ਹਾਂ ਸਤਿਗੁਰਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਮਨਸਾ ਸੀ, ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ। ਸੋਈ ਸਤਿਗੁਰ ਦਈ ਨਿਬਾਹਾ। ਸ੍ਰੀ ਕਲਗੀਧਰ ਮਹਾਰਾਜ ਨੇ ਨਿਭਾ ਦਿੱਤੀ, ਆਪਣਾ ਪਰਿਵਾਰ ਲੇਖੇ ਲਾ ਕੇ ਮੁਗਲਾਂ ਦੀ ਜੜ ਪੁੱਟ ਦਿੱਤੀ। ਯੋ ਪਈ ਪਤਸ਼ਾਹੀ ਸਾਤ ਬਿਤਾਹਾ। 7 ਬਾਦਸ਼ਾਹ ਹੋਏ ਮੁਗਲਾਂ ਦੇ। ਜੋ ਬਾਬਰ ਨੂੰ ਗੁਰੂ ਨਾਨਕ ਸਾਹਿਬ ਨੇ ਵਰ ਦਿੱਤਾ ਸੀ ਉਹ ਪੂਰਾ ਹੋ ਗਿਆ। ਨਿਜ ਬਚਨੀ ਗੁਰ ਯੋ ਦੁਖ ਪਾਇਓ। ਆਪਣੇ ਬਚਨਾਂ ਦੇ ਪੂਰੇ ਹੁੰਦੇ ਹੋਏ ਸਤਿਗੁਰਾਂ ਨੇ ਵੱਡੇ ਵੱਡੇ ਕਸ਼ਟ ਤਾਂ ਸਹਿ ਲਏ, ਪਰ ਆਪਣਾ ਬਚਨ ਨਹੀਂ ਜਾਣ ਦਿੱਤਾ। ਯੋ ਬਚਨੀ ਗੁਰ ਗੈ ਬਿਕਾਇਓ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਉੱਤੇ ਆਉਣ ਵਾਲੀਆਂ ਗੁਰੂ ਪੀੜ੍ਹੀਆਂ ਨੇ ਪੂਰੇ ਪਹਿਰੇ ਦਿੱਤੇ, ਗੁਰੂ ਬਚਨਾਂ ਤੇ ਆਪਣਾ ਆਪ ਵਿਕਾ ਦਿੱਤਾ। ਇਸ ਬਿਦ ਇਹ ਝੂਠੇ ਪੈ ਬਚਨਨ ਤੇ ਸੋ ਮੁਗਲ। ਭਾਈ ਤਾਰੂ ਸਿੰਘ ਜੀ ਸ਼ਹੀਦ ਖਾਲਸੇ ਨੂੰ ਦੱਸ ਰਹੇ ਨੇ, ਸਿੰਘੋ ਇਹ ਮੁਗਲ ਗੁਰੂ ਨਾਲ ਕੀਤੇ ਹੋਏ ਵਾਅਦਿਆਂ ਤੇ ਝੂਠੇ ਪੈ ਗਏ ਹਨ। ਲਈ ਪਤਸ਼ਾਹੀ ਨਿਜ ਕਹਿ ਭੂਲ ਗਈ ਵਹਿ ਗੱਲ। ਜਿਹੜੀ ਗੁਰੂ ਸਾਹਿਬ ਤੋਂ ਇਹਨਾਂ ਨੇ ਰਾਜ ਭਾਗ ਲਿਆ ਸੀ ਉਹਦੇ ਗੱਲ ਭੁੱਲ ਗਏ ਹਨ। ਇਹ ਵਾਅਦਾ ਖਿਲਾਫੀ ਕਰ ਰਹੇ ਹਨ। ਜੋ ਸਤਿਗੁਰਾਂ ਦੇ ਤਾਬੇ ਰਹਿਣ ਦਾ ਵਾਅਦਾ ਕੀਤਾ ਸੀ ਉਹ ਭੁੱਲ ਗਏ ਹਨ। ਮੁਗਲ ਕੈ ਹਮ ਖੁਦ ਬਲਵੰਤ। ਹੁਣ ਇਹਨਾਂ ਨੂੰ ਹੰਕਾਰ ਹੋ ਗਿਆ ਹੈ, ਕਹਿੰਦੇ ਅਸੀਂ ਖੁਦ ਹੀ ਬਾਦਸ਼ਾਹ ਬਣੇ ਹਾਂ, ਅਸੀਂ ਬਲ ਦੇ ਨਾਲ ਰਾਜ ਲਿਆ। ਗੁਰੂ ਨਾਨਕ ਨੇ ਸਾਨੂੰ ਕੀ ਦਿੱਤਾ? ਸਾਧ ਸੰਗਤ ਜੀ, ਇਹ ਸਮੇਂ-ਸਮੇਂ ਦੀਆਂ ਸਰਕਾਰਾਂ ਸਾਰੀਆਂ ਹੀ ਇਦਾਂ ਕਰਦੀਆਂ ਆਈਆਂ ਹਨ। ਵਰਤਮਾਨ ਸਮੇਂ ਵਿੱਚ ਵੀ ਆਪ ਜੀ ਦੇਖ ਹੀ ਰਹੇ ਹੋ, 93% ਗੁਰੂ ਖਾਲਸੇ ਦੀਆਂ ਸ਼ਹੀਦੀਆਂ ਹੋਈਆਂ ਹਿੰਦੁਸਤਾਨ ਦੀ ਆਜ਼ਾਦੀ ਵੇਲੇ, ਪਰ ਅੱਜ ਕੋਈ ਨਾਂ ਲੈਂਦਾ ਹੈ? ਜਦੋਂ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਜਾ ਕੇ ਦੇਖਦੇ ਹਾਂ ਤਾਂ ਉੱਥੇ ਸਾਧ ਸੰਗਤ ਜੀ ਜਿੰਨੀਆਂ ਹਿੰਦੁਸਤਾਨ ਵਿੱਚ ਮੂਵਮੈਂਟਾਂ ਹੋਈਆਂ, ਲੜਾਈਆਂ ਹੋਈਆਂ, ਜੰਗ ਯੁੱਧ ਹੋਏ, ਦਿੱਲੀ ਨੂੰ ਫਤਿਹ ਕਰਨ ਦੇ ਸਾਰਿਆਂ ਦਾ ਜ਼ਿਕਰ ਆਉਂਦਾ। ਉੱਥੇ ਫੋਟੋਆਂ ਲੱਗੀਆਂ ਹੋਈਆਂ ਪੁਰਾਣੀਆਂ ਇਤਿਹਾਸ ਦੀਆਂ। ਖਾਲਸੇ ਦੀ ਇੱਕ ਫੋਟੋ ਲੱਗੀ ਹੋਈ ਨਿਹੰਗ ਸਿੰਘਾਂ ਦੀ, ਬੜੀ ਚੜ੍ਹਦੀ ਕਲਾ, ਜਦੋਂ ਬਾਬਾ ਬਘੇਲ ਸਿੰਘ ਜੀ ਗਏ, ਪਰ ਥੱਲੇ ਲਿਖਿਆ ਹੋਇਆ ਜਾਟ ਮੂਵਮੈਂਟ, ਯਾਨੀ ਹੈ ਤਾਂ ਖਾਲਸੇ ਦਾ, ਖਾਲਸਾ ਸ਼ਬਦ ਨਹੀਂ ਲਿਖਿਆ, ਸਿੱਖ ਨਹੀਂ ਲਿਖਿਆ, ਥੱਲੇ ਜਾਟ ਲਿਖ ਦਿੱਤਾ ਹੈ। ਸੋ ਦਾਸ ਨੇ ਉਹ ਦੇਖਿਆ ਉੱਥੇ ਲਾਲ ਕਿਲ੍ਹੇ, ਤੁਸੀਂ ਵੀ ਜਾ ਕੇ ਦੇਖ ਲਓ, ਥੱਲੇ ਜਾਟ, ਯਾਨੀ ਖਾਲਸੇ ਦਾ ਪ੍ਰਤਾਪ ਜਿਹੜਾ ਹੈ ਉਹ ਕਿਸੇ ਨੂੰ ਚੰਗਾ ਨਹੀਂ ਲੱਗਿਆ, ਮੁੱਢ ਤੋਂ ਹੀ ਐਸਾ ਵਰਤਾਰਾ ਰਿਹਾ ਹੈ। ਸੋ ਇਹ ਅੰਗਰੇਜ਼ਾਂ ਦਾ ਜੋ ਵਰਤਾਰਾ ਸੀ, ਜੋ ਉਸ ਤੋਂ ਪਹਿਲਾਂ ਮੁਗਲਾਂ ਦਾ ਸੀ, ਅੰਗਰੇਜ਼ਾਂ ਨੂੰ ਵੀ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਨਾਲ ਹੀ ਇਹ ਸਮਾਂ ਮਿਲਿਆ ਸੀ, ਜਦੋਂ ਭੁੱਲ ਗਏ ਤੇ ਉਹ ਵੀ ਖਤਮ ਹੋ ਗਏ। ਸੋ ਇਸ ਤਰ੍ਹਾਂ ਖਾਲਸਾ ਜੀ ਇਹ ਜਿਹੜੇ ਮੁਗਲ ਹਨ ਅਕਿਰਤ ਘਣ ਹੋ ਗਏ ਹਨ। ਹਿੰਦੂ ਮਾਰ ਕੀਏ ਹਮ ਅੰਤ। ਕਹਿੰਦੇ ਹਿੰਦੂਆਂ ਨੂੰ, ਹਿੰਦੂ ਬਾਦਸ਼ਾਹਾਂ ਨੂੰ ਜਿਹੜਾ ਇਹ ਜ਼ੁਲਮ ਕਰਕੇ ਮੁਗਲਾਂ ਨੇ ਖਤਮ ਕੀਤਾ, ਹਿੰਦੂ ਧਰਮ ਨੂੰ ਖਤਮ ਕੀਤਾ, ਤੇ ਉਹਨਾਂ ਦੇ ਸਵਾ ਮਣ ਜਨੇਊ ਉਤਾਰੇ ਗਏ। ਰਹਿ ਪਿਗੰਬਰ ਨਿਕਟ ਖੁਦਾਏ। ਇਹ ਮੁਗਲ ਕਹਿੰਦੇ ਆ ਇਹ ਹਿੰਦੂ ਤਾਂ ਕਾਫਿਰ ਹਨ, ਇਹਨਾਂ ਨੇ ਸਾਨੂੰ ਕੀ ਰਾਜ ਦੇਣਾ, ਸਿੱਧਾ ਪੈਗੰਬਰ ਤੋਂ ਰਾਜ ਲਿਆ। ਦੇਖੋ ਲੈ ਕੇ ਗੁਰੂ ਨਾਨਕ ਤੋਂ ਸੋਲੇ ਫੇਰ ਪੈਗੰਬਰ ਦੇ ਗਾਉਂਦੇ ਹਨ। ਹਿੰਦੂ ਉਹਾਂ ਕੋ ਟੁਕਨ ਨਾ ਪਾਏ। ਉਲਟਾ ਕਹਿੰਦੇ ਹਨ ਕਿ ਖੁਦਾ ਦੇ ਕੋਲ ਹਿੰਦੂ ਜਾ ਹੀ ਨਹੀਂ ਸਕਦਾ, ਹਿੰਦੂ ਦੇ ਨਰਕਾਂ ਨੂੰ ਜਾਣਗੇ। ਹਿੰਦੂਆਂ ਦਾ ਤਾਂ ਨਰਕਾਂ 'ਚ ਥਾਂ ਹੈ। ਗੁਰੂ ਨਾਨਕ ਹਿੰਦੂ ਸੀ, ਉਹਨੇ ਸਾਨੂੰ ਕੀ ਦਿੱਤਾ? ਸਾਡੇ ਪੈਗੰਬਰ ਨੇ ਸਾਨੂੰ ਦਿੱਤਾ। ਇਦਾਂ ਹੁਣ ਉਲਟਾ ਪਾਠ ਪੜਨ ਲੱਗ ਪਏ ਹਨ। ਐਸ ਗਫਲਤ ਪਈ ਮੁਗਲਨ ਕੇ ਮਨ ਮਾਹੇ। ਐਸੀਆਂ ਗਫਲਤ ਦੀਆਂ ਗੱਲਾਂ ਸਾਧ ਸੰਗਤ ਜੀ ਕਰਦੇ ਹਨ। ਮੁੱਲਾ ਕਾਜੀ ਸੁਣ ਗੱਲਾਂ ਭੁੱਲੇ ਤਕਰਾਰੋ ਵਾਹੇ। ਜਿਹੜੇ ਕਾਜੀ ਮੁੱਲਾਂ ਦੀਆਂ ਗੱਲਾਂ ਸੁਣ ਕੇ ਬਾਦਸ਼ਾਹ ਵੀ ਭੁੱਲ ਗਏ ਹਨ। ਕਾਜੀ ਮੁਲਾਣੇ ਮੁਤਸਬੀ ਹਨ ਤੇ ਬਾਦਸ਼ਾਹ ਨੂੰ ਕਹਿੰਦੇ ਹਨ ਅਸੀਂ ਪੈਗੰਬਰ ਨੂੰ ਮੰਨਣਾ, ਅਸੀਂ ਨਾਨਕ ਤੋਂ ਕੀ ਲੈਣਾ। ਹਾਂਜੀ,
ਤਾਰੂ ਸਿੰਘ ਨੇ ਇਮ ਕਹੀ ਸਿੱਖਣ ਕੋ ਸਮਝਾਏ। ਪਿੰਡ ਪੜਾਣੇ ਦੀ ਪੁਲਿਸ ਚੌਂਕੀ ਵਿੱਚ ਭਾਈ ਤਾਰੂ ਸਿੰਘ ਜੀ ਇਹ ਸਾਰੀ ਵਾਰਤਾ ਸੁਣਾਉਂਦੇ ਰਹੇ। ਇੱਕ ਹਫ਼ਤੇ ਤੋਂ ਆਪਾਂ ਸਾਧ ਸੰਗਤ ਜੀ ਇੱਕ ਸੁਣ ਰਹੇ ਹਾਂ। ਇਹ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਭਾਈ ਰਤਨ ਸਿੰਘ ਜੀ ਖੁਲਾਸਾ ਕੀਤਾ ਹੈ। ਜੇ ਕਿਸੇ ਨੂੰ ਸ਼ੰਕਾ ਹੋਵੇ ਹਿੰਦੁਸਤਾਨ ਦੇ ਮੁਗਲਿਆ ਖਾਨਦਾਨ ਦੇ ਆਉਣ ਦਾ ਇਤਿਹਾਸ ਪੜ੍ਹ ਲਓ, ਬਾਬਰ ਦੇ ਆਉਣ ਦਾ, ਇਹਦੇ ਨਾਲੋਂ ਰੱਤੀ ਜਿੰਨਾ ਵੀ ਫਰਕ ਨਿਕਲ ਆਵੇ ਅਸੀਂ ਦੋਸ਼ੀ ਮੰਨਾਂਗੇ ਆਪਣੇ ਆਪ ਨੂੰ। ਕੇਸੀ ਮਜ਼ੂਮਦਾਰ ਨੇ ਭਾਰਤ ਦੀ ਸਭ ਤੋਂ ਵੱਡੀ ਹਿਸਟਰੀ ਲਿਖੀ ਹੈ। ਉਹਨੇ ਵੀ ਇਹ ਗੱਲ ਲਿਖੀ ਹੈ ਕਿ ਦੌਲਤ ਖਾਂ ਹੀ ਉਹਨੂੰ ਲੈ ਕੇ ਆਇਆ ਸੀ ਹਿੰਦੁਸਤਾਨ ਵਿੱਚ ਬਾਬਰ ਨੂੰ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਨਾਲ ਉਹ ਬਾਦਸ਼ਾਹ ਬਣਿਆ ਸੀ। ਭਾਵੇਂ ਮੁਗਲ ਮੁੱਕਰ ਜਾਣ, ਬੇਸ਼ੱਕ ਮੁੱਕਰਦੇ ਰਹਿਣ, ਪਰ ਇਤਿਹਾਸ ਦੀਆਂ ਕਿਤਾਬਾਂ ਤਾਂ ਨਹੀਂ ਮੁੱਕਰਦੀਆਂ। ਇਤਿਹਾਸ ਬੋਲਦਾ ਹੈ ਮੁੜ ਮੁੜ ਕੇ ਕਿ ਬਾਬਰ ਬਾਦਸ਼ਾਹ ਹਿੰਦੁਸਤਾਨ 'ਚ ਆਇਆ, ਸ੍ਰੀ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਤੋਂ ਬਿਨਾਂ ਕਾਮਯਾਬ ਨਹੀਂ ਸੀ ਹੋ ਸਕਦਾ। ਹਾਂਜੀ, ਯੋਂ ਬੀਤੀ ਸਿਰ ਸਿੰਘ ਕੇ ਸੋ ਅਬ ਕਹੋਂ ਇਸ ਪ੍ਰਗਟਾਏ। ਤਰ੍ਹਾਂ ਭਾਈ ਤਾਰੂ ਸਿੰਘ ਜੀ ਨੇ ਦੱਸਿਆ, ਸਿੰਘੋ ਜੇ ਸਾਡੇ ਸਤਿਗੁਰਾਂ ਨੇ ਸੀਸ ਦਿੱਤੇ ਹਨ, ਇਹਨਾਂ ਤੋਂ ਰਾਜ ਵਾਪਸ ਲੈਣ ਲਈ ਮੈਂ ਵੀ ਆਪਣਾ ਸੀਸ ਹੀ ਯੋਗਦਾਨ ਪਾਣ ਚੱਲਿਆ ਹਾਂ। ਮੈਂ ਲਾਹੌਰ ਜਾ ਰਿਹਾ ਹਾਂ, ਮੈਨੂੰ ਨਾ ਛੁਡਾਓ। ਸਿੰਘ ਕਹਿੰਦੇ ਸੀ ਤੁਹਾਨੂੰ ਅਸੀਂ ਛੁਡਾ ਲੈਂਦੇ ਹਾਂ। ਬੀਬੀ ਤਾਰੋ ਛੁਡਾ ਲਈ ਸੀ ਨਾ ਭਾਈ ਤਾਰੂ ਸਿੰਘ ਦੀ ਭੈਣ, ਤੇ ਉਹ ਕਹਿੰਦੇ ਸੀ ਤੁਹਾਨੂੰ ਵੀ ਛੁਡਾ ਲੈਂਦੇ ਹਾਂ। ਤਾਰੋ ਵਾਸਤੇ ਤਾਂ ਪੈਸੇ ਦਿੱਤੇ ਸੀ ਸਿੰਘਾਂ ਨੇ ਇਕੱਠੇ ਕਰਕੇ, ਪਿੰਡ ਦੀ ਸੰਗਤ ਨੇ, ਸਾਹੀਧਾਰੀ ਸਿੱਖਾਂ ਨੇ, ਪਿੰਡਾਂ 'ਚ ਰਹਿਣ ਵਾਲਿਆਂ ਨੇ ਵੀ ਤੁਸੀਂ ਬੀਬੀ ਨੂੰ ਕਿਉਂ ਲੈ ਚੱਲੇ, ਇਹਨੂੰ ਛੱਡ ਦਿਓ। ਚਲੋ ਪਰਮੇਸ਼ਰ ਦੀ ਖੇਡ ਆ, ਉਹ ਲਾਲਚ ਵਿੱਚ ਆ ਗਏ, ਬੀਬੀ ਨੂੰ ਛੱਡ ਗਏ ਤੁਰਕ। ਪਰ ਭਾਈ ਤਾਰੂ ਸਿੰਘ ਨੂੰ ਨਹੀਂ ਸੀ ਛੱਡਣਾ ਚਾਹੁੰਦੇ, ਪੈਸੇ ਲੈ ਕੇ ਵੀ ਨਹੀਂ ਸੀ ਛੱਡਦੇ। ਫਿਰ ਸਿੰਘਾਂ ਨੇ ਆਖਿਆ ਸੀ ਵੀ ਅਸੀਂ ਤੁਹਾਨੂੰ ਹੱਲਾ ਕਰਕੇ ਛਡਾ ਲੈਂਦੇ ਹਾਂ, ਤੁਰਕਾਂ ਨੂੰ ਮਾਰ ਦਿੰਦੇ ਹਾਂ, ਜੋ ਸਾਡੇ ਸਿਰ ਬੀਤੇਗੀ ਅਸੀਂ ਦੇਖ ਲਵਾਂਗੇ। ਭਾਈ ਤਾਰੂ ਸਿੰਘ ਕਹਿੰਦੇ ਖਾਲਸਾ ਜੀ ਮੈਨੂੰ ਨਾ ਛਡਾਓ, ਹੁਣ ਮੈਂ ਤਾਂ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੇ ਆਪਣਾ ਸੀਸ ਦੇਣ ਚੱਲਿਆ ਹਾਂ, ਸੀਸ ਦੇ ਕੇ ਰਾਜ ਵਾਪਸ ਲੈਣਾ ਹੈ। ਫਿਰ ਤਾਰੂ ਸਿੰਘ ਲੈ ਤੁਰੇ ਪ੍ਰਾਤ ਲਾਹੌਰ ਰਹਿੰਦਾਏ। ਇਸ ਤਰ੍ਹਾਂ ਫਿਰ ਭਾਈ ਤਾਰੂ ਸਿੰਘ ਜੀ ਨੂੰ ਪੜਾਣੇ ਪਿੰਡ ਰਾਤ ਰੱਖ ਕੇ ਸਵੇਰੇ ਪੁਲਿਸ ਵਾਲੇ ਲਾਹੌਰ ਨੂੰ ਲੈ ਤੁਰੇ ਨੇ। ਹੁਣ ਭਾਈ ਸਾਹਿਬ ਦੇ ਸੀਸ ਤੇ ਕੀ ਬੀਤੇਗੀ, ਕਿਵੇਂ ਕਿਵੇਂ ਉਹਨਾਂ ਦੀ ਖੋਪਰੀ ਉਤਾਰੀ ਜਾਏਗੀ, ਕਿਵੇਂ ਕਿਵੇਂ ਕਸ਼ਟ ਦਿੱਤੇ ਜਾਣਗੇ, ਨਾਲ ਭਾਈ ਮਤਾਬ ਸਿੰਘ ਜੀ ਕਿਵੇਂ ਜੇਲ੍ਹ ਵਿੱਚ ਆਉਣਗੇ, ਇਹ ਕਥਾ ਹੁਣ ਸੁਣਨੀ ਆ ਆਪਾਂ। ਇੱਕ ਹਫ਼ਤਾ ਲਗਭਗ ਸ਼ਹੀਦਾਂ ਸਿੰਘਾਂ ਦੀ ਮਹਾਨ ਕਥਾ ਹੈ। ਸਮੇਂ ਨਾਲ ਹਾਜ਼ਰੀ ਭਰਿਆ ਕਰੋ ਭਾਈ। ਅਸੀਂ ਤੁਹਾਡੇ ਕਰਕੇ ਪੰਥ ਪ੍ਰਕਾਸ਼ ਸ਼ੁਰੂ ਕੀਤਾ ਸੀ, ਤੁਹਾਡੀ ਬੇਨਤੀ ਤੇ ਵੀ ਜ਼ਰੂਰ ਹੈ ਸੰਗਤ ਨੂੰ ਕਥਾ ਸੁਣਾਣੀ ਹੈ, ਪਰ ਮੈਂ ਦੇਖਿਆ ਵੀ ਸੰਗਤ ਬੜਾ ਘੱਟ ਸਮਾਂ ਕੱਢਦੀ ਹੈ ਇਸ ਕਥਾ ਵਾਸਤੇ। ਕਿਰਪਾ ਕਰਿਆ ਕਰੋ, ਜਿਵੇਂ ਅੱਜ ਦੀਵਾਨ ਭਰਿਆ ਨਾ, ਇਵੇਂ ਰੋਜ਼ ਸਮਾਂ ਕੱਢਿਆ ਕਰੋ, ਤੇ ਫਿਰ ਆਪਾਂ ਇਹ ਗੁਰੂ ਸਾਹਿਬ ਪਾਤਸ਼ਾਹ ਜੀ ਦੇ ਸ਼ਹੀਦਾਂ ਸਿੰਘਾਂ ਦੀ ਵਾਰਤਾ ਸਰਵਣ ਕਰੀਏ, ਤੇ ਤਾਂ ਕਿ ਸਾਡੇ ਬੱਚਿਆਂ ਨੂੰ, ਆਉਂਦੀਆਂ ਪੀੜ੍ਹੀਆਂ ਨੂੰ ਅਸੀਂ ਸੁਣਾ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ, ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰਾਥ ਅਗੰਮ ਪੂਰਨ, ਮੋਹਿ ਮਾਇਆ ਧਾਰ, ਅੰਧ ਗੂਪ ਮਹਾ ਭਿਆਨ ਨਾਨਕ।